ਯੂਕਰੇਨ ਉੱਤੇ ਰਸ਼ੀਆ ਵੱਲੋਂ ਕੀਤੇ ਗਏ ਹਮਲਿਆਂ ਦਾ ਅੱਜ ਤੀਸਰਾ ਦਿਨ ਹੈ, ਪਰ ਯੂਕਰੇਨ ਦੇ ਰਾਸ਼ਟਰਪਤੀ ਡਟ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਜੋ ਦੇਸ਼ ਮੇਰੀ ਸਹਾਇਤਾ ਕਰਨੀ ਚਾਹੁੰਦਾ ਹੈ ਉਹ ਸਾਨੂੰ ਬੰਦੂਕਾਂ ਦਿਓ ਤਾਂ ਕਿ ਰਸ਼ੀਆ ਦਾ ਮੁਕਾਬਲਾ ਕੀਤਾ ਜਾ ਸਕੇ। ਇਹ ਸਾਰੇ ਕਾਸੇ ਦਾ ਕੀ ਪ੍ਰਭਾਵ ਪਏਗਾ, ਜਾਂ ਫਿਰ ਕੀ ਸਦਾਮ ਹੁਸੈਨ ਵਾਲਾ ਹਾਲ ਹੋਏਗਾ ਯੂਕਰੇਨ ਦੇ ਰਾਸ਼ਟਰਪਤੀ ਦਾ, ਜਾਂ ਫਿਰ ਉਹ ਜਿੱਤ ਵੀ ਹਾਸਲ ਕਰ ਸਕਦੇ ਨੇ। ਕਹਿ ਸਕਦੇ ਹਾਂ ਕਿ ਰਸ਼ੀਆ ਦੇ ਨੱਕ 'ਚ ਦਮ ਉਹ ਕੀ ਕਰ ਸਕਦੇ ਨੇ ਜਾਂ ਨਹੀਂ। ਇਹ ਸਾਰੇ ਕਾਸੇ 'ਤੇ ਗੱਲ ਕਰਾਂਗੇ ਅਜੇਪਾਲ ਬਰਾੜ ਨਾਲ, ਜੋ ਕੌਮਾਂਤਰੀ ਮਾਮਲਿਆਂ ਦੇ ਮਾਹਰ ਨੇ। ਇਹ ਕੀ ਰੱਖਦੇ ਨੇ, ਸਾਰੇ ਕਾਸੇ ਬਾਰੇ ਗੱਲ ਕਰਾਂਗੇ। ਬਰਾੜ ਸਾਹਿਬ, ਕੀ ਲੱਗਦਾ ਤੁਹਾਨੂੰ ਜਿਹੜਾ ਯੂਕਰੇਨ 'ਤੇ ਹਮਲਾ ਕੀਤਾ? ਵੈਸੇ ਤਾਂ ਰਸ਼ੀਆ ਨੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨ ਵਾਸਤੇ ਕੀਤਾ, ਇੱਕ ਦੋ ਹੋਰ ਦੇਸ਼ਾਂ ਨੂੰ ਵੀ ਉਹਨਾਂ ਨੇ ਘੁਰਕੀ ਦੇਤੀ ਕਿ ਤੁਸੀਂ ਵੀ ਸੁਧਰ ਜਾਓ, ਨਹੀਂ ਤੁਹਾਡਾ ਵੀ ਹੱਲ ਉਹੀ ਕਰਾਂਗਾ। ਕੀ ਲੱਗਦਾ ਕਿ ਰਸ਼ੀਆ ਨੇ ਹੁਣ ਜਦੋਂ ਡਿਵੈਲਪਮੈਂਟ ਦੀ ਆਪਾਂ ਗੱਲ ਕਰਦੇ ਹਾਂ, ਸਾਰੇ ਕਹਿੰਦੇ ਕਿ ਲੜਾਈ 'ਚ ਕੋਈ ਫਾਇਦਾ ਨਹੀਂ, ਵਿਕਾਸ ਕਰੋ, ਮਨੁੱਖਤਾ ਬਾਰੇ ਸੋਚੋ, ਉਹ ਲੜਾਈ ਵਾਲੇ ਪਾਸੇ ਪੈ ਗਏ ਨੇ। ਲੰਮੇ ਸਮੇਂ ਬਾਅਦ ਕੋਈ ਇਸ ਤਰ੍ਹਾਂ ਦੀ ਲੜਾਈ ਨਜ਼ਰ ਆ ਰਹੀ ਹੈ, ਕੀ ਲੱਗਦਾ ਤੁਹਾਨੂੰ? ਦੇਖੋ ਜੀ, ਇਹ ਲੜਾਈ ਤਾਂ ਜਿਹੜੀ ਸਾਹਮਣੇ ਜ਼ਾਹਰਾ ਤੌਰ 'ਤੇ ਤਾਂ ਆਪਾਂ ਨੂੰ ਹੁਣ ਨਜ਼ਰ ਆ ਰਹੀ ਆ, ਪਰ ਲੜਾਈ ਜਿਹੜੀ ਹੈ ਉਹ ਜਿਹੜਾ ਧੱਕਾ ਹੈ ਜਾਂ ਜਿਹੜਾ ਦਬਾਅ ਹੈ ਉਹ ਅਮਰੀਕਾ ਲਗਾਤਾਰ ਵਧਾਉਂਦਾ ਆ ਰਿਹਾ। 1991 ਤੋਂ ਬਾਅਦ ਜਦੋਂ ਰੂਸ ਕਮਜ਼ੋਰ ਹੋਇਆ ਸੀ ਤਾਂ ਉਹ ਅਮਰੀਕਾ ਨੇ ਆਪਦੀ ਨਾਟੋ ਸ਼ਕਤੀ ਨੂੰ ਰੂਸ ਦੇ ਸਮਝ ਲਓ ਦਰਾਂ 'ਤੇ ਲੈ ਆਂਦਾ। ਜੇ ਹੁਣ ਉਹ ਯੂਕਰੇਨ ਦੇ ਵਿੱਚ ਜਿਵੇਂ ਉਹ ਫੈਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਾਂ ਯੂਕਰੇਨ ਨੂੰ ਵੀ ਨਾਟੋ ਵੱਲ ਲਿਜਾਣ ਲੱਗ ਗਿਆ, ਹੁਣ ਕਹਿੰਦੇ ਫਿਨਲੈਂਡ ਦੀ ਵੀ ਕੋਸ਼ਿਸ਼ ਕਰ ਰਿਹਾ ਜਿਵੇਂ, ਤਾਂ ਜੇ ਉੱਥੇ ਆਉਂਦਾ ਸੀ ਤਾਂ ਉੱਥੇ ਆਉਣ ਨਾਲ ਜਿਹੜੀ ਰੂਸ, ਮੌਜੂਦਾ ਰੂਸ ਆ, ਇਹਦੀ ਜਿਹੜੀ ਹੈਗੀ ਆ ਸੁਰੱਖਿਆ ਨੂੰ, ਉਹਨੂੰ ਖਤਰਾ ਹੁੰਦਾ। ਉੱਥੇ ਸੁਰੱਖਿਆ ਵਾਸਤੇ ਉਹਨੂੰ ਆਰਥਿਕ ਤੌਰ 'ਤੇ ਇੰਨਾ ਖਰਚਣਾ ਪੈਂਦਾ ਕਿ ਉਹਦੇ ਅਰਥਚਾਰਾ ਵੀ ਖਿਲਰ ਜਾਂਦਾ ਹੈਗਾ। ਸੋ ਇਸ ਸਾਰੀਆਂ ਨੂੰ ਵੇਖਦੇ ਹੋਏ ਜੇ ਆਪਾਂ ਵੇਖੀਏ, ਜੇ ਅਮਰੀਕਾ ਦੇ ਦਬਾਅ ਨੂੰ ਵੇਖੀਏ, ਤਾਂ ਰੂਸ ਨੂੰ ਉਹਨੂੰ ਰਿਸਪੌਂਡ ਬੈਕ ਕਰਨਾ ਹੀ ਪੈਣਾ ਸੀਗਾ, ਉਹਦੇ ਵਾਪਸ ਉਹਦੇ ਇੱਕ ਤਰ੍ਹਾਂ ਦਾ ਆਉਣਾ ਹੀ ਸੀ। ਇਹ 2014 'ਚ ਸ਼ੁਰੂ ਹੋ ਗਿਆ ਸੀ, ਜਦੋਂ ਉੱਥੋਂ ਰੂਸ ਪੱਖੀ ਹਕੂਮਤ ਨੂੰ ਹਟਾਇਆ ਗਿਆ ਅਤੇ ਦੂਸਰੇ ਲੋਕ ਅਮਰੀਕਾ ਪੱਖੀ ਆਏ। ਤਾਂ ਇਹ ਆਪਾਂ ਉਦੋਂ ਉਹਨੇ ਪਹਿਲਾਂ ਕ੍ਰੀਮੀਆ ਲਿਆ ਰੂਸ ਨੇ, ਹੁਣ ਥੋੜ੍ਹਾ ਜਿਹਾ ਹੋਰ ਗਾਂਹ ਵਧਿਆ, ਅਤੇ ਇਹ ਨਜ਼ਰ ਆ ਰਿਹਾ ਸੀਗਾ ਕਿ ਇਹ ਕੁਛ ਨਾ ਕੁਛ ਹੋਊਗਾ। ਪਰ ਕਿਹਾ ਜਾ ਰਿਹਾ ਕਿ ਯੂਕਰੇਨ ਦੇ 50% ਲੋਕ ਉਹ ਰਸ਼ੀਆ ਦੇ ਨਾਲ ਨੇ। ਕੀ ਲੱਗਦਾ ਕਿ ਜਦੋਂ ਆਪਣੇ ਹੀ ਤੁਹਾਡੇ ਨਾਲ ਨਾ ਹੋਣ, ਫਿਰ ਬਹੁਤ ਔਖਾ ਹੁੰਦਾ ਮੈਦਾਨ 'ਚ ਡਟਣਾ। ਫਿਰ ਜਿਹੜੀ ਜੰਗ ਹੈ, ਅੱਧੀ ਤਾਂ ਤੁਸੀਂ ਪਹਿਲਾਂ ਹੀ ਹਾਰ ਜਾਂਦੇ ਜਦੋਂ ਅੱਧੇ ਲੋਕ ਤੁਹਾਡੇ ਨਾਲ ਨਹੀਂ ਹੈਗੇ। ਆਪਾਂ ਨੂੰ ਪਹਿਲਾਂ ਯੂਕਰੇਨ ਦੀ ਉੱਥੋਂ ਦੀ ਆਬਾਦੀ ਨੂੰ ਜਾਂ ਉਹਦੀ ਭੂਗੋਲਿਕ ਸਥਿਤੀ ਨੂੰ ਸਮਝਣਾ ਪਊਗਾ। ਜਿਹੜਾ ਉੱਥੇ ਦਰਿਆ ਹੈਗਾ ਕੀਵ ਦੇ ਨਾਲ, ਜਾਂ ਨਾਈਪਰ ਰਿਵਰ ਕਹਿੰਦੇ ਉਹਨੂੰ, ਇੰਗਲਿਸ਼ 'ਚ ਉਹਨੂੰ ਡੀ ਨਾਲ ਲਿਖਿਆ ਜਾਂਦਾ ਨਾਈਪਰ, ਵੈਸੇ ਉਹ ਨਾਈਪਰ ਰਿਵਰ ਹੈਗਾ। ਉਹ ਨਾਈਪਰ ਦਰਿਆ ਜਿਹੜਾ ਹੈਗਾ ਉਹਦੇ ਰੂਸ ਵਾਲੇ ਪਾਸੇ, ਮਤਲਬ ਉਹਦੇ ਪੂਰਬੀ ਪਾਸੇ, ਉੱਥੇ ਜਾਂ ਤਾਂ ਰੂਸੀ ਐਥਨੀਸਿਟੀ ਦੇ ਲੋਕ ਆ, ਜਿਹੜੇ ਰੂਸੀ ਪੂਰਵਜ ਸੀਗੇ ਜਿਨ੍ਹਾਂ ਦੇ, ਜਾਂ ਜਿਹੜੇ ਰੂਸੀ ਭਾਸ਼ਾ ਬੋਲਦੇ ਆ ਜਾਂ ਰੂਸ ਦੇ ਨਾਲ ਸੰਬੰਧ ਰੱਖਦੇ, ਉਹ ਹੈਗੇ ਆ। ਅਤੇ ਉਹਦੇ ਲਹਿੰਦੇ ਵੱਲ ਨੂੰ, ਜਿੱਧਰ ਪੱਛਮ ਵੱਲ ਜਿਹੜੇ ਲੋਕ ਆ, ਉਵੇਂ ਉਹ ਥੋੜ੍ਹਾ ਜਿਹਾ ਉਹ ਜਰਮਨ ਜਾਂ ਉਹ ਦੂਜੀ ਨਸਲਾਂ ਦੇ ਲੋਕ ਹੈਗੇ, ਜਿਹੜੇ ਯੂਰਪੀਅਨ ਨਸਲਾਂ ਦੇ ਲੋਕ ਆ। ਸੋ ਜਿਹੜਾ ਯੂਕਰੇਨ ਆ, ਉਹਦੇ ਵਿੱਚ ਮਲਟੀਪਲ ਐਥਨੀਸਿਟੀਜ਼ ਆ। ਜਿਵੇਂ ਤੁਸੀਂ ਪੁਰਾਣੇ ਪੰਜਾਬ ਨੂੰ ਲੈ ਲਓ, ਹੈ ਨਾ, ਲਹਿੰਦੇ ਪੰਜਾਬ ਵੱਲ ਮੁਸਲਮਾਨ ਆਬਾਦੀ ਜ਼ਿਆਦਾ ਸੀ। ਇੱਥੇ ਸੈਂਟਰਲ ਪੰਜਾਬ 'ਚ ਲਾਹੌਰ ਅਤੇ ਲਾਹੌਰ ਅਤੇ ਲਾਇਲਪੁਰ ਸੈਕਟਰਾਂ ਦੇ ਪੰਜਾਬ ਦੇ ਵਿੱਚ ਸਿੱਖ ਆਬਾਦੀ ਵੀ ਸੀਗੀ ਅਤੇ ਹਿੰਦੂ ਆਬਾਦੀ ਵੀ ਸੀ। ਅਤੇ ਜਿਵੇਂ ਮਤਲਬ ਇਹ ਤਕਰੀਬਨ ਐਂ ਜਿਹੀ ਹੈਗਾ, ਉਹ ਲੰਬਾਈ 'ਚ ਹੈਗਾ, ਅਤੇ ਉਹਦੇ 'ਚ ਐਂ ਇਸ ਤਰੀਕੇ ਨਾਲ ਉਹ ਵੰਡਿਆ ਹੋਇਆ। ਤਾਂ ਇਹਦੇ ਕਰਕੇ ਜਿਹੜਾ ਉੱਥੋਂ ਦੀ ਜਿਹੜੀਆਂ ਪਾਪੂਲੇਸ਼ਨ ਆ, ਉਹਨਾਂ ਦੇ ਵਿੱਚ ਸੋਚ ਦਾ ਡਿਫਰੈਂਸ ਆ, ਉਹਨਾਂ ਦੇ ਵਿੱਚ ਜੇ ਹਿਸਟਰੀ ਨੂੰ ਕਿਵੇਂ ਪਰਸੀਵ ਕਰਦੇ ਆ, ਉਹਦੇ ਇਤਿਹਾਸ ਨੂੰ ਕਿਵੇਂ ਸਮਝਦੇ ਆ, ਉਹਦੇ ਵਿੱਚ ਇੱਕ ਅੰਤਰ ਹੈ ਉਹਨਾਂ ਦਾ। ਅਤੇ ਜਿਹਦੇ ਕਰਕੇ ਕੁਛ ਲੋਕ ਰੂਸ ਪੱਖੀ ਆ ਜੀ, ਅਤੇ ਕੁਛ ਹਿੱਸਾ ਉਹਨਾਂ ਦਾ ਜਿਹੜਾ ਹੈਗਾ ਉਹ ਪੱਛਮ ਪੱਖੀ। ਕੀ ਲੱਗਦਾ ਕਿ ਜਿਹੜੀ ਲੜਾਈ ਹੈ, ਰਸ਼ੀਆ ਕਹਿੰਦਾ ਕਿ ਮੈਂ ਉੱਥੇ ਕਬਜ਼ਾ ਨਹੀਂ ਕਰਨਾ ਯੂਕਰੇਨ 'ਤੇ, ਉੱਥੇ ਸਤਤ ਤਬਦੀਲੀ ਕਰਨੀ ਆ। ਕਿਸ ਤਰ੍ਹਾਂ ਦੀ ਤਬਦੀਲੀ ਚਾਹੁੰਦਾ ਰਸ਼ੀਆ? ਹੁਣ ਜੋ ਅੱਜ ਕੱਲ੍ਹ ਦੀ ਜੋ ਨੀਤੀ ਚੱਲਦੀ ਹੈ ਜੀ ਦੁਨੀਆ ਦੇ ਵਿੱਚ, ਜਿਹੜੇ ਸਾਮਰਾਜ ਹੈ, ਤਾਂ ਇਹ ਵੀ ਸਾਮਰਾਜ ਨਾ, ਅਮਰੀਕਨ ਸਾਮਰਾਜ ਆ, ਕੋਈ ਚੀਨੀ ਸਾਮਰਾਜ ਆ, ਜਾਂ ਕੁਝ, ਇਹ ਜਿਹੜੇ ਸਾਮਰਾਜ ਖੜ੍ਹੇ ਹੁੰਦੇ ਆ, ਇਹਨਾਂ ਵਿੱਚ ਪੁਰਾਣੇ ਸਾਮਰਾਜਾਂ ਵਾਂਗੂ ਹੈ ਨਹੀਂ ਕਿ ਵੀ ਉੱਤੇ ਆਪਦਾ DC ਬਿਠਾਉਣਾ ਹੈ, ਜਾਂ ਆਪਦਾ ਮੈਜਿਸਟਰੇਟ ਬਿਠਾਉਣਾ ਹੈ, ਜਾਂ ਆਪਦਾ ਸਟਰਕਚਰ ਬਿਠਾਉਣਾ। ਇਹ ਤੁਹਾਡੀ ਹੀ ਨਸਲ ਦੇ ਲੋਕ, ਤੁਹਾਡੇ ਹੀ ਲੋਕ ਉੱਥੇ ਬਿਠਾਉਂਦੇ ਆ, ਜਿਹੜੇ ਤੁਹਾਡੇ ਪੱਖ ਦੀ ਗੱਲ ਕਰਨ, ਪਰ ਸਾਮਰਾਜ ਦੇ ਪੱਖ ਦੀ ਗੱਲ ਕਰਨ, ਪਰ ਉੱਥੋਂ ਦੇ ਲੋਕਾਂ ਦੇ ਉੱਤੇ ਬਿਠਾਏ ਜਾਂਦੇ ਆ। ਤਾਂ ਇਸ ਤਰੀਕੇ ਨਾਲ ਜਿਹੜਾ ਪੁਤਿਨ ਹੈਗਾ, ਉਹਦਾ ਮੇਨ ਮਕਸਦ ਇਹ ਆ ਕਿ ਵੀ ਉੱਥੋਂ ਦੀ ਜਿਹੜੀ ਸਰਕਾਰ ਆ, ਜਾਂ ਰਜੀਮ ਜਿਹਨੂੰ ਆਪਾਂ ਕਹਿੰਦੇ, ਜਿਹੜੇ ਲੋਕ ਉੱਥੇ ਪਾਵਰ 'ਚ ਆ, ਉਹ ਐਸੇ ਬਿਠਾਏ ਜਾਣ ਜਿਹੜੇ ਰੂਸ ਪੱਖੀ ਹੋਣ, ਅਤੇ ਅੱਗੇ ਵੀ ਕੋਈ ਐਸਾ ਇੰਤਜ਼ਾਮ ਕੀਤਾ ਜਾਵੇ ਕਿ ਰੂਸ ਪੱਖੀ ਲੋਕ ਉੱਥੇ
ਬੈਠਣ। ਤੀਸਰਾ ਜਿਹੜਾ ਉਹ ਚਾਹੁੰਦਾ, ਉਹ ਕਹਿੰਦਾ ਵੀ ਬੋਲੀ ਜਿਹੜੀ ਖਤਮ ਕੀਤੀ ਜਾ ਰਹੀ ਸੀ ਉਹ ਰੂਸੀ ਨੂੰ ਘੱਟੋ ਘੱਟ ਦੂਜੀ ਭਾਸ਼ਾ ਦਾ ਦਰਜਾ ਉੱਥੇ ਮਿਲੇ ਅਤੇ ਰੂਸੀ ਉੱਥੇ ਭਾਸ਼ਾ ਫੈਲੇ। ਅਤੇ ਇਹ ਦੋ ਤਿੰਨ ਉਹਦੇ ਇਸ਼ੂਜ਼ ਹੈਗੇ ਆ। ਜਦੋਂ ਇਹ ਕਰ ਲੈਂਦਾ ਤਾਂ ਉਹਦੇ ਨਾਲ ਉਹ ਨਾ ਨਾਟੋ 'ਚ ਜਾ ਸਕਦੇ ਆ, ਨਾ ਉਹ ਅਮਰੀਕਾ ਪੱਖੀ ਹੋ ਸਕਦੇ ਆ, ਤਾਂ ਉਹ ਠੱਲ ਪਾਉਣਾ ਚਾਹੁੰਦਾ। ਜਿਹੜਾ ਰਸ਼ੀਆ ਅਤੇ ਚਾਈਨਾ ਦਾ ਇਕੱਠੇ ਹੋਣਾ, ਇਹ ਸੰਕੇਤ ਆ ਕਿ ਜਿਹੜਾ ਅਮਰੀਕਾ ਨੂੰ ਆਉਣ ਵਾਲੇ ਸਮੇਂ 'ਚ ਨੁਕਸਾਨ ਉਠਾਉਣਾ ਪੈ ਸਕਦਾ। ਵੇਖੋ, ਗਲੋਬਲ ਆਰਡਰ ਦੇ ਵਿੱਚ ਕਈ ਤਬਦੀਲੀਆਂ ਆ ਰਹੀਆਂ ਅਤੇ ਅਮਰੀਕਾ ਨੂੰ ਉਹਦੇ ਚੈਲੰਜਸ ਵੀ ਫੇਸ ਕਰਨੇ ਪੈ ਰਹੇ ਆ, ਉਹਨਾਂ ਦੀ ਉਸ ਪੱਖੋਂ ਉਹਨੂੰ ਫੇਸ ਵੀ ਕਰਨਾ ਪੈ ਰਿਹਾ। ਪਰ ਅਮਰੀਕਾ ਦੀਆਂ ਕੁਛ ਕੋਰ ਤਾਕਤਾਂ ਹੈਗੀਆਂ, ਕੋਰ ਸਟਰੈਂਥਸ ਹੈਗੀਆਂ ਕੁਛ ਅਮਰੀਕਾ ਦੀਆਂ, ਕਿ ਉਹ ਲਿਬਰਲਾਈਜ਼ਡ ਮੁਲਕ ਆ, ਲੋਕ ਉਸ ਨਾਲ ਕਲਚਰਲੀ ਐਸੋਸੀਏਟ ਹੋਣਾ ਚਾਹੁੰਦੇ ਆ। ਲੈਟਸ ਸੇ ਆਪਾਂ ਆਪਣੇ ਲੋਕ ਜਿਹੜੇ ਮਾਈਗਰੇਟ ਹੋ ਰਹੇ ਆ, ਵੇਖੋ ਹੈ ਨਾ, ਕੋਈ ਤੁਹਾਨੂੰ ਰੂਸ ਨੂੰ ਮਾਈਗਰੇਟ ਹੁੰਦਾ ਨਹੀਂ ਮਿਲੂਗਾ, ਕੋਈ ਕਿਊਬਾ ਜਾ ਕੇ ਰਹਿਣ ਦਾ ਨਹੀਂ ਪਸੰਦ ਕਰੂਗਾ, ਉਹ ਕੈਨੇਡਾ ਜਾਂ ਉੱਥੇ। ਸੋ ਉਹਦੇ ਕੋਲ ਬੈਸਟ ਬ੍ਰੇਨਸ ਵੀ ਮਿਲ ਰਹੇ ਆ। ਪਰ ਚੈਲੰਜ ਜ਼ਰੂਰ ਆ, ਚੈਲੰਜ ਉਹਨੂੰ ਬਹੁਤ ਵੱਡਾ, ਅਤੇ ਚੈਲੰਜ ਹਮੇਸ਼ਾ ਸਦੀਆਂ ਤੋਂ ਇਹ ਜੇ ਵੱਡੇ ਅੰਪਾਇਰਸ ਆ ਉਹਨਾਂ ਨੂੰ ਆਉਂਦਾ ਆਇਆ। ਜੇ ਰੋਮ ਦਾ ਰਾਜ ਸੀਗਾ, ਰੋਮਨ ਅੰਪਾਇਰ ਸੀ, ਤਾਂ ਤਕਰੀਬਨ ਉਹਦੇ ਵੀ 3 ਲੱਖ ਸੈਨਿਕ ਬਾਹਰਲੇ ਹਿੱਸਿਆਂ 'ਚ ਲੱਗੇ ਰਹਿੰਦੇ ਸੀਗੇ। ਅਮਰੀਕਾ ਦੇ ਵੀ ਅੱਜ ਦੀ ਡੇਟ 'ਚ 2,90,000 ਕਿ 95,000 ਸੈਨਿਕ ਜਿਹੜੇ ਬਾਹਰਲੀਆਂ ਥਾਂ 'ਚ ਉਹਨੂੰ ਪ੍ਰੋਟੈਕਟ ਕਰਦੇ ਆ। ਪਰ ਡੈਫੀਨੇਟਲੀ ਅੱਜ ਦੇ ਡੇਟ 'ਚ ਅਮਰੀਕਾ ਇੱਕ ਬਹੁਤ ਵੱਡਾ ਚੈਲੰਜ ਫੇਸ ਕਰ ਰਿਹਾ, ਅਤੇ ਉਹ ਫੇਸ ਜਿਹੜਾ ਕਰ ਰਿਹਾ। ਪਹਿਲਾਂ ਵੀ ਰੂਸ ਅਤੇ ਚੀਨ ਇੱਕ ਤਰ੍ਹਾਂ ਇੱਕ ਦੂਜੇ ਨਾਲ ਸੰਬੰਧ ਰੱਖਦੇ ਸੀ, ਅਤੇ ਰੂਸ ਦਾ ਬਲੋਕ ਬਹੁਤ ਵੱਡਾ ਸੀ, ਪਰ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਆਰਥਿਕ ਸ਼ਕਤੀ ਸੀਗੀ ਉਹ ਬਹੁਤ ਕਮਜ਼ੋਰ ਸੀ। ਪਰ ਚੀਨ ਨੇ ਆ ਕੇ ਉਹ ਆਰਥਿਕਤਾ ਵਾਲੇ ਪਾਸਿਓਂ ਪੱਖ ਪੂਰਤਾ ਇਸ ਟਾਈਮ। ਪਰ ਇਹ ਕਹਿ ਦਿੱਤਾ ਜਾਵੇ ਕਿ ਵੀ ਹਲੇ ਅਮਰੀਕਾ ਬਿਲਕੁਲ ਢਹਿ ਗਿਆ ਜਾਂ ਖ਼ਤਮ ਹੋ ਗਿਆ, ਇਹ ਕਹਿਣਾ ਹਲੇ ਥੋੜ੍ਹਾ ਜਿਹਾ ਜਲਦੀ ਹੋਊਗਾ। ਹਾਂ, ਇੱਕ ਟਕਰਾਅ ਆ ਗਿਆ, ਅਤੇ ਇਹ ਟਕਰਾਅ ਇਤਿਹਾਸ ਦੇ ਵਿੱਚ ਆਉਂਦੇ ਰਹੇ ਆ। ਪਰ ਜਦੋਂ ਇਹ 'ਚ ਟਕਰਾਅ ਆਏ ਆ, ਬਹੁਤ ਘੱਟ ਸਮਾਂ ਹੋਇਆ ਜਦੋਂ ਘੱਟ ਵਾਰੀ ਜੰਗ ਟਲੀ ਆ, ਨਹੀਂ ਤਾਂ ਕਈ ਵਾਰੀ ਬਹੁਤ ਵੱਡੀਆਂ ਜੰਗਾਂ ਆ ਜਾਂਦੀਆਂ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਟਕਰਾਅ ਦੇ ਉੱਤੇ ਕੌਨਸੈਪਟ ਦਿੱਤਾ ਸੀ, ਉਹਨੂੰ ਥਿਊਸੀਡਿਡਸ ਕੌਨਸੈਪਟ ਪੈਰਾਡਾਈਮ ਕਹਿੰਦੇ ਹੈਗੇ ਆ। ਇਹ ਸਪਾਰਟਾ ਇੱਕ ਜਗ੍ਹਾ ਹੈਗੀ ਆ, ਉਹਦਾ ਗ੍ਰੀਕਸ ਦੇ ਨਾਲ, ਏਥਨਸ ਗ੍ਰੀਸ ਦੇ ਵਿੱਚ ਇੱਕ ਜਗ੍ਹਾ ਏਥਨਸ, ਉਹਦੇ ਨਾਲ ਟਕਰਾਅ ਸੀਗਾ। ਇੱਕ ਫੌਜੀ ਸ਼ਕਤੀ ਸੀ, ਇੱਕ ਲਿਬਰਲ ਸ਼ਕਤੀ ਸੀ ਜਿਹੜੀ ਵੱਧ ਰਹੀ ਸੀ, ਅਤੇ ਦੋਨਾਂ ਦਾ ਬਰਾਬਰਤਾ ਜਦੋਂ ਆ ਰਹੀ ਸੀ ਤਾਂ ਉਹ ਜੰਗ ਹੋਈ ਉਹਨਾਂ 'ਚ, ਅਤੇ ਉਹਦੇ ਵਿੱਚ ਸਪਾਰਟਾ ਦੀ ਹਾਰ ਹੋਈ, ਏਥਨਸ ਵਧਿਆ। ਅਤੇ ਪਰ ਇਹ ਹੁਣ ਵੇਖੋਗਾ ਸਮਾਂ ਦੱਸੋ। ਅਮਰੀਕਾ ਅਤੇ ਜਿਹੜੇ ਉਹਦੇ ਦੋਸਤ ਮੁਲਕ ਨੇ, ਉਹ ਕਿਉਂਕਿ ਅਫਗਾਨਿਸਤਾਨ ਦਾ ਤਜਰਬਾ ਮੂਹਰੇ ਸੀ ਕਿ ਨੁਕਸਾਨ ਨਾ ਕਰਾਈਏ, ਯੂਕਰੇਨ ਦੀ ਹੈਲਪ 'ਤੇ ਆਏ ਨਹੀਂ ਜਿਸ ਤਰ੍ਹਾਂ ਉਹ ਕਹਿੰਦੇ ਸੀ। ਉਹ ਕੀ ਘਾਟ ਲੱਗੀ ਤੁਹਾਨੂੰ? ਕੀ ਲੱਗਦਾ ਕਿ ਅਮਰੀਕਾ ਡਰ ਗਿਆ, ਜਾਂ ਇਹ ਕਹਿ ਲਓ ਕਿ ਆਪਣਾ ਨੁਕਸਾਨ ਨਹੀਂ ਕਰਾਉਣਾ ਚਾਹੁੰਦਾ? ਅਮਰੀਕਾ ਡਰਿਆ ਜਾਂ ਅਮਰੀਕਾ ਦੀ ਕੋਈ ਨੀਤੀ ਹੋਰ ਆ, ਉਹ ਤਾਂ ਸਮੇਂ ਨਾਲ ਅਨਫੋਲਡ ਹੋਊਗੀ, ਹੈ ਨਾ। ਹੁਣ ਵੇਖੋ, ਜਦੋਂ ਜੰਗ ਲੱਗਦੀ ਆ ਨਾ, ਜੰਗ ਜਦੋਂ ਵੀ ਲੜੀ ਜਾਂਦੀ ਹੈ, ਤਾਂ ਦੋਨੇ ਧਿਰਾਂ ਸੋਚਦੀਆਂ ਕਿ ਵੀ ਅੰਤ 'ਚ ਜਿੱਤ ਸਾਡੀ ਹੋਊਗੀ, ਠੀਕ ਹੈ। ਜਿਵੇਂ ਅਫਗਾਨਿਸਤਾਨ ਦੇ ਵਿੱਚ ਰੂਸ ਵਧਿਆ ਸੀ, ਤਾਂ ਰੂਸ ਨੂੰ ਆਏ ਸੀਗਾ ਕਿ ਅਸੀਂ ਅਫਗਾਨਿਸਤਾਨ ਕੁਛ ਦੇਰ 'ਚ ਕੰਟਰੋਲ ਕਰਕੇ ਨਿਕਲ ਜਾਵਾਂਗੇ। ਇਸੇ ਤਰ੍ਹਾਂ ਜਦੋਂ ਅਮਰੀਕਾ ਇਰਾਕ ਦੇ ਵਿੱਚ ਵਧਿਆ ਸੀ, ਤਾਂ ਉਹਨੂੰ ਵੀ ਆਏ ਸੀ ਕਿ ਕੁਛ ਚਿਰ 'ਚ ਅਸੀਂ ਕੰਟਰੋਲ ਕਰਕੇ ਨਿਕਲ ਜਾਵਾਂਗੇ। ਵੀਅਤਨਾਮ 'ਚ ਵੀ ਉਹਨੂੰ ਆਏ ਸੀ। ਸੋ ਇਸ ਤਰੀਕੇ ਨਾਲ ਹੋ ਸਕਦਾ ਕਿ ਵੀ ਰੂਸ ਕਾਬਜ਼ ਹੋ ਜਾਏ ਇੱਥੇ, ਹੋ ਸਕਦਾ ਯੂਕਰੇਨ ਵੰਡਿਆ ਜਾਵੇ ਜਿਵੇਂ 2 ਹਿੱਸਿਆਂ ਦੇ ਵਿੱਚ, ਅਤੇ ਹੋ ਸਕਦਾ ਤੀਜਾ ਕਿ ਵੀ ਰੂਸ ਜਿਵੇਂ ਹੁਣ ਉਹਨਾਂ ਨੇ ਅੱਗੋਂ ਹਥਿਆਰ ਚੱਕ ਕੇ ਉਹ ਲੜਨ ਨੂੰ ਤਿਆਰ ਆ, ਆਬਾਦੀ ਜੇ ਜ਼ਿਆਦਾ ਆਬਾਦੀ ਲੜਨ ਨੂੰ ਤਿਆਰ ਹੋ ਜਾਏ, ਜਾਂ ਇੱਕ ਹਿੱਸੇ ਦੀ ਆਬਾਦੀ ਲੜਨ ਨੂੰ ਤਿਆਰ ਹੋ ਜਾਏ, ਤਾਂ ਹੋ ਸਕਦਾ ਰੂਸ ਉਸ ਲੜਾਈ ਦੇ ਵਿੱਚ ਫਸ ਕੇ ਵੀ ਰਹਿ ਜਾਏ। ਕਿਉਂਕਿ ਜਿਹੜੀ ਸ਼ਹਿਰਾਂ ਦੀ ਲੜਾਈ ਹੁੰਦੀ ਹੈ ਨਾ, ਸ਼ਹਿਰ ਦੇ ਵਿੱਚ ਲੜਨਾ ਉਹ ਬਹੁਤ ਮੁਸ਼ਕਿਲ ਹੋ ਜਾਂਦਾ। ਉੱਥੇ ਕੈਜੂਅਲਟੀਜ਼ ਦੋਨੇ ਪਾਸੇ ਬਹੁਤ ਹੁੰਦੀਆਂ, ਇਨਸਾਨੀ ਜਾਨਾਂ ਬਹੁਤ ਜਾਂਦੀਆਂ, ਲੜਨਾ ਬਹੁਤ ਔਖਾ ਹੋ ਜਾਂਦਾ ਹੈ। ਵੱਡੇ ਸ਼ਹਿਰ ਆ ਜਿਹੜੇ, ਉਹ ਇੱਕ ਤਰ੍ਹਾਂ ਦੇ ਪਹਾੜ ਹੀ ਹੋ ਜਾਂਦੇ ਆ, ਜਾਂ ਨੈਚੁਰਲ ਆਬਸਟੈਕਲਸ ਹੋ ਜਾਂਦੇ, ਜਿਨ੍ਹਾਂ ਦੇ ਵਿੱਚ ਲੜਾਈ ਬਹੁਤ, ਅਰਬਨ ਵਾਰਫੇਅਰ ਜਿਹਨੂੰ ਆਪਾਂ ਕਹਿੰਦੇ ਹਾਂ, ਅਰਬਨ ਲੜਾਈ, ਗੁਰੀਲਾ ਲੜਾਈ ਆ, ਬਹੁਤ ਮੁਸ਼ਕਿਲ। ਇੱਕ ਆਪਾਂ ਜੇ ਹਿਊਮਨ ਐਂਗਲ ਤੋਂ ਦੇਖੀਏ, ਜੇ ਰਸ਼ੀਆ ਉੱਥੋਂ ਦੇ ਨਾਗਰਿਕਾਂ ਨੂੰ ਮਾਰੇਗਾ, ਨੁਕਸਾਨ ਕਰੇਗਾ, ਪੂਰੇ ਦੁਨੀਆ ਦੇ ਮੁਲਕ ਨੇ ਰਸ਼ੀਆ ਖਿਲਾਫ ਹੋ ਜਾਣਗੇ ਕਿ ਆਮ ਲੋਕਾਂ ਨੂੰ ਕਿਉਂ ਮਾਰਿਆ। ਉਹਦੇ ਬਾਰੇ ਵੀ ਸੋਚ ਕੇ ਕਦਮ ਉਠਾਉਣਾ ਪਏਗਾ ਰਸ਼ੀਆ ਨੂੰ। ਹਾਂਜੀ, ਉਹ ਕਰਨਾ ਪਊਗਾ, ਅਤੇ ਰਸ਼ੀਆ ਉਹਦੇ ਬਾਰੇ ਕਰ ਰਿਹਾ। ਇਹ ਨਹੀਂ ਕਿ ਰਸ਼ੀਆ ਉਸ ਗੱਲ ਤੋਂ ਹੈ ਨਹੀਂ। ਹਾਂ, ਥੋੜ੍ਹਾ ਜਿਹਾ ਕੀ ਹੈ ਕਿ ਅਮਰੀਕਨ ਮੁਲਕ ਜਿਹੜੇ ਵੈਸਟਰਨ ਪੱਖੀ ਮੁਲਕ ਆ, ਉਹ ਥੋੜ੍ਹਾ ਜਿਹਾ ਇਹਨੂੰ ਮਲੰਮਾ ਚਾੜਦੇ ਆ, ਢੱਕਦੇ ਆ, ਉਹਨਾਂ ਨੂੰ ਡੈਮੋਕ੍ਰੇਸੀ ਦੇ ਨਾਂ 'ਤੇ ਬਹੁਤ ਆਪਦੀ ਪਬਲਿਕ ਤੋਂ ਹੀ ਸਹਿਣਾ ਪੈ ਜਾਂਦਾ। ਪਰ ਰੂਸ ਦੇ ਵਿੱਚ ਵੀ, ਰੂਸ ਨੂੰ ਵੀ ਧਿਆਨ ਰੱਖਣਾ ਪਊ, ਖਾਸ ਕਰਕੇ ਕਿਉਂਕਿ ਇਹ ਯੂਰਪੀਅਨ ਮੁਲਕ ਹੈ ਨਾ, ਯੂਰਪ ਦੇ ਵਿੱਚ ਹੋ ਰਿਹਾ, ਅਤੇ ਇਹਦੇ ਕਰਕੇ ਜਿਹੜਾ ਵੱਡੀ ਪ੍ਰੋਬਲਮ ਜਿਹੜੀ ਰੂਸ ਨੇ ਹੈਂਡਲ ਕਰਨ ਦਾ ਇਹਨੂੰ ਢੰਗ ਲੱਭਿਆ, ਉਹ ਆ ਕਿ ਉਹਨੇ ਮਲੀਸ਼ੀਆ ਇੱਕ ਤਿਆਰ ਕੀਤਾ, ਜਿਹਦੇ ਵਿੱਚ ਚੇਚਨ ਮੁਸਲਮਾਨ ਹੈਗੇ ਆ। ਉਹਨਾਂ ਨੇ ਦਿੱਤਾ ਕਿ ਵੀ ਆਹ ਬੰਦੇ ਆ, ਆਹ ਕੋਈ 50, 100, 150 ਬੰਦਾ ਜਿਹਨੂੰ ਆਪਾਂ ਹੰਟ ਕਰਕੇ ਮਾਰ ਦੇਣਾ। ਜੇ ਉਹ ਗਿਣਤੀ ਦੇ ਬੰਦਿਆਂ ਨੂੰ ਮਾਰ, ਜਿਵੇਂ ਇਰਾਕ ਦੇ ਵਿੱਚ ਉਹਨਾਂ ਨੇ ਇੱਕ ਕਾਰਡ ਦਿੱਤਾ ਸੀ ਨਾ ਕਿ ਸਦਾਮ ਹੁਸੈਨ ਆ, ਉਹਦੇ ਬੇਟੇ ਆ, ਫਲਾਨਾ ਅਜ਼ੀਜ਼ ਹੈਗਾ, ਇਹ ਤਾਰਿਕ ਅਜ਼ੀਜ਼ ਆ, ਇਹ ਬੰਦੇ ਆ ਜਿਹੜਿਆਂ ਨੂੰ ਆਪਾਂ ਜੇ
ਇਹਨਾਂ ਨੂੰ ਆਪਾਂ ਕਿਲ ਕਰ ਦਈਏ ਤਾਂ ਇਹ ਹੋ ਜੂ। ਦੂਸਰਾ, ਉਹਨੇ ਜਿਹੜਾ ਆਪਦਾ ਅਟੈਕ ਲਾਂਚ ਕੀਤਾ ਰੂਸ ਨੇ, ਉਹਨੇ ਕੀਵ ਦੇ ਉੱਤੇ ਸਿੱਧਾ ਕੀਤਾ, ਮੇਨ ਕੈਪੀਟਲ ਦੇ ਉੱਤੇ। ਉਹਦਾ ਕਾਰਨ ਇਹ ਹੈ ਕਿ ਵੀ ਜੇ ਕੀਵ ਨੂੰ ਅਸੀਂ ਧਵਸਤ ਕਰ ਦਾਂਗੇ, ਕੈਪੀਟਲ ਨੂੰ ਧਵਸਤ ਕਰ ਦਾਂਗੇ, ਸਾਰਾ ਕਮਿਊਨੀਕੇਸ਼ਨ ਟੁੱਟ ਜੂਗਾ। ਤਾਂ ਉਹਦੇ ਦੋ ਟਾਰਗੇਟ ਹੈ ਕਿ ਲੜਾਈ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ, ਮਿਲਟਰੀ ਟਿਕਾਣਿਆਂ 'ਤੇ ਹੀ ਮਾਰ ਕੀਤੀ ਜਾਵੇ, ਅਤੇ ਜਿਹੜੇ ਲੀਡਰ ਜਾਂ ਜਿਹੜੇ ਲੋਕ ਇਸ ਨਿਜ਼ਾਮ ਨੂੰ ਚਲਾ ਰਹੇ ਹੈਗੇ ਜ਼ੈਲੈਂਸਕੀ ਦੇ, ਉਹਨਾਂ ਨੂੰ ਇਕੱਲੇ ਸਪੌਟ ਕਰਕੇ ਜਾਂ ਗ੍ਰਿਫਤਾਰ ਕੀਤਾ ਜਾਵੇ ਜਾਂ ਮਾਰਿਆ ਜਾਵੇ, ਤਾਂ ਕਿ ਵੱਡੇ ਕੋਲੈਟਰਲ ਡੈਮੇਜ ਆ, ਜਿਹੜੇ ਲੋਕਾਂ ਦਾ ਜਿਹੜਾ ਡੈਮੇਜ ਆ ਉਹ ਨਾ ਹੋਵੇ ਅਤੇ ਰੋਜ਼ਮਰਾ ਦੀ ਜੀਵਨ ਚੱਲਦਾ ਰਹੇ। ਭਾਰਤ ਨੇ ਨਿਰਪੱਖਤਾ ਜਿਹੜਾ ਰੱਖ ਲਿਆ ਇਹ ਸਾਰੇ ਕਾਸੇ ਦੇ ਵਿੱਚ, ਨਾ ਵਿਰੋਧ ਨਾ ਪੱਖ। ਇੱਕ ਭਾਰਤ ਦੀ ਦਿੱਕਤ ਇਹ ਹੈ ਕਿ 17-18 ਹਜ਼ਾਰ ਉੱਥੇ ਸਟੂਡੈਂਟ ਵੀ ਪਹੁੰਚੇ ਹੋਏ ਨੇ, ਹੋਰ ਕੁਝ ਨਾਗਰਿਕ ਵੀ ਨੇ। ਭਾਰਤ ਫਿਰ ਇਸ ਮਾਹੌਲ 'ਚ ਕੀ ਕਰੇ? ਪਹਿਲੀ ਤਾਂ ਉਹਨਾਂ ਦੀ ਇਹ ਹੋ ਗਈ ਪਹਿਲ ਕਿ ਸਾਰਿਆਂ ਨੂੰ ਉੱਥੋਂ ਸੁਰੱਖਿਆ ਤੋਂ ਬਾਹਰ ਕੱਢ ਲੈਣਾ। ਕੁਛ ਸੈਂਕੜਿਆਂ ਦੀ ਗਿਣਤੀ 'ਚ ਇੱਥੇ ਭਾਰਤ ਆ ਵੀ ਗਏ ਨੇ, ਕੁਛ ਉੱਥੋਂ ਦੇ ਜਿਹੜੇ ਉੱਥੇ ਸਟੂਡੈਂਟ ਸੀਗੇ। ਕੀ ਲੱਗਦਾ ਕਿ ਭਾਰਤ ਸਹੀ ਨੀਤੀ 'ਤੇ ਚੱਲ ਰਿਹਾ ਤੁਹਾਨੂੰ? ਦੇਖੋ, ਉੱਥੇ ਤੁਹਾਡੀ ਆਬਾਦੀ ਦਾ ਫਸਿਆ ਹੋਣਾ ਅਤੇ ਤੁਹਾਡੀ ਨਿਰਪੱਖਤਾ, ਇਹ ਦੋ ਅੱਡ ਮੁੱਦੇ ਹੈਗੇ। ਇਹਨਾਂ ਨੂੰ ਤੁਸੀਂ ਰਲ ਗੱਡ ਨਹੀਂ ਕਰ ਸਕਦੇ। ਉਹ ਇਸ ਕਰਕੇ ਭਾਰਤ ਨਿਰਪੱਖ ਨਹੀਂ ਗਾ ਕਿ ਵੀ ਉੱਥੇ ਲੋਕ ਤੁਹਾਡੇ ਫਸੇ ਹੋਏ ਆ, ਪਰ ਇਹ ਭਾਰਤ ਦੀ ਨੀਤੀ ਜਿਹੜੀ ਨਿਰਪੱਖਤਾ ਦੀ ਆ, ਠੀਕ ਹੈ ਜੀ। ਪਹਿਲੀ ਗੱਲ ਤਾਂ ਮੈਂ ਕਹਿਣਾ ਚਾਹੂੰਗਾ ਕਿ ਜਿਹੜੇ ਲੋਕ ਉੱਥੇ ਫਸੇ ਹੋਏ ਉਹਨਾਂ ਨੂੰ ਕੱਢਣਾ ਇੱਕ ਦੇਸ਼ ਦਾ ਮਤਲਬ ਫਰਜ਼ ਆ। ਅਤੇ ਦੂਜੀ ਗੱਲ ਇਹ ਹੈ ਕਿ ਮੈਂ ਇਹ ਸਮਝਦਾ ਕਿ ਭਾਰਤ ਨੂੰ ਇਹ ਸਟੈਪ ਬਹੁਤ ਪਹਿਲਾਂ ਲੈ ਲੈਣਾ ਚਾਹੀਦਾ ਸੀ, ਕਿਉਂਕਿ ਕਿਤੇ ਨਾ ਕਿਤੇ ਰੂਸ ਨਾਲ ਉਹਦੇ ਡਿਪਲੋਮੈਟਿਕ ਰਿਲੇਸ਼ਨਸ਼ਿਪ ਬਹੁਤ ਸਟਰੋਂਗ ਸੀਗੇ ਅਤੇ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਕੁਛ ਹੋਣ ਵਾਲਾ ਹੈ। ਅਤੇ ਜਿਨ੍ਹਾਂ ਬੰਦਿਆਂ ਨੂੰ ਤੁਸੀਂ ਅੱਜ ਕੱਢ ਰਹੇ ਹੋ, ਇਹਨਾਂ ਨੂੰ ਤੁਸੀਂ ਘੱਟੋ ਘੱਟ ਹਫ਼ਤਾ ਪਹਿਲਾਂ ਕੱਢ ਦਿਓ ਐਡਵਾਈਜ਼ਰੀ ਇਸ਼ੂ ਕਰਕੇ, ਆਪਦਾ ਇੱਕ ਬੰਦਾ ਵੀ ਨਾ ਰਹਿਣ ਦਿੰਦੇ ਉੱਥੇ। ਪਰ ਚਲੋ, ਇਸ ਗੱਲ 'ਤੇ ਤਾਂ ਅੰਦਰੂਨੀ ਜਿਹੜੇ ਆਪਣੇ MP ਆ ਜਾਂ ਸਾਡੇ ਹੋਰ ਸੰਸਦ ਹੈਗੇ, ਇਹਨਾਂ ਨੂੰ ਅਤੇ ਸਿਵਲ ਐਕਟਿਵਿਸਟਸ, ਉਹਨਾਂ ਨੂੰ ਸਰਕਾਰ ਨੂੰ ਘੇਰਨਾ ਚਾਹੀਦਾ, ਕੇਂਦਰ ਦੀ ਨੂੰ ਪੁੱਛਣਾ ਚਾਹੀਦਾ ਵੀ ਇਹ ਕਿਉਂ ਅਣਗਹਿਲੀ ਹੋਈ ਤੁਹਾਡੇ ਤੋਂ, ਜਾਂ ਤੁਸੀਂ ਕਿਉਂ ਕੀਤਾ ਹੈ। ਉਹਦੇ ਇਲਾਵਾ ਜਿਹੜੀ ਵੱਡੀ ਗੱਲ ਹੈਗੀ ਆ ਉਹ ਆ ਕਿ ਬਈ ਭਾਰਤ ਦੀ ਨਿਰਪੱਖਤਾ ਦੀ ਨੀਤੀ। ਭਾਰਤ ਹਮੇਸ਼ਾ ਇੱਕ ਨੋਨ ਅਲਾਈਨਡ ਮੂਵਮੈਂਟ ਚਲਾਉਂਦਾ ਰਿਹਾ ਇਤਿਹਾਸਕ ਤੌਰ 'ਤੇ, ਉਹ ਨਿਰਪੱਖ ਰਿਹਾ। ਪਰ ਜਦੋਂ 91 ਦੇ ਵਿੱਚ ਦੁਨੀਆ ਅਮਰੀਕਾ ਪੱਖੀ ਹੋ ਗਈ ਜਾਂ ਅਮਰੀਕਾ ਹੀ ਇੱਕ ਧੁਰਾ ਰਹਿ ਗਿਆ, ਤਾਂ ਉਦੋਂ ਇੱਕ ਮਜਬੂਰੀ ਤੌਰ 'ਤੇ ਇਹਨਾਂ ਨੂੰ ਅਮਰੀਕਾ ਪਾਸੇ ਤੁਰਨਾ ਪਿਆ, ਠੀਕ ਹੈ। ਹੁਣ ਕਿਉਂਕਿ ਦੁਬਾਰਾ ਧੁਰੇ ਦੂਜੇ ਖੜ੍ਹੇ ਹੋ ਰਹੇ, ਰੂਸ ਵਰਗਾ ਧੁਰਾ ਫਿਰ ਸਟਰੋਂਗ ਹੁੰਦਾ ਪਿਆ, ਤਾਕਤਵਰ ਹੁੰਦਾ ਪਿਆ, ਤਾਂ ਭਾਰਤ ਆਪਦੀ ਪੁਰਾਣੀ ਨੀਤੀ 'ਤੇ ਦੁਬਾਰਾ, ਜਿੱਥੇ ਉਹ ਆਊਟਵਰਡਲੀ ਦੇਖਣ 'ਚ ਉਹ ਨਿਰਪੱਖ ਹੁੰਦਾ ਅਤੇ ਹਰੇਕ ਇਸ਼ੂ ਬੇਸਡ ਸਟੈਂਡ ਲੈਂਦਾ ਹੈ। ਦੇਖੋ, ਇੱਕ ਪਾਸੇ ਉਹ ਕੁਆਡ ਦਾ ਹਿੱਸਾ ਹੈਗਾ, ਭਾਰਤ ਅਮਰੀਕਾ ਪੱਖੀ ਆ ਇਸ ਖਿੱਤੇ 'ਚ, ਕਿਉਂਕਿ ਉਹਨੇ ਚੀਨ ਨਾਲ ਟਕਰਾਅ ਕਰਨਾ। ਪਰ ਦੂਜੇ ਪਾਸੇ ਕਿਉਂਕਿ ਰੂਸ ਉਹਨੂੰ ਪਾਕਿਸਤਾਨ ਨਾਲ ਬੈਲੈਂਸ ਕਰਨ 'ਚ ਬਹੁਤ ਮਦਦ ਕਰਦਾ ਹੈ, ਤਾਂ ਉਹਨੂੰ ਉੱਥੇ ਰੂਸ ਦਾ ਸਾਥ ਦੇਣਾ। ਸੋ ਆਪਦੀ ਜ਼ਰੂਰਤ ਦੇ ਹਿਸਾਬ ਨਾਲ ਉਹ ਸਾਥ ਦੇ ਰਿਹਾ, ਅਤੇ ਮੇਰਾ ਖਿਆਲ ਇਹ ਨੀਤੀ ਠੀਕ ਹੈਗੀ ਆ, ਇਹ ਨੀਤੀ ਲਾਹੇਵੰਦ ਰਹੀ ਆ। ਇਕਨੋਮਿਕ ਪਾਲਿਸੀਜ਼ 'ਚ ਭਾਰਤ ਸ਼ੁਰੂ ਤੋਂ ਹੀ ਪੂੰਜੀਪਤੀਆਂ ਦਾ ਸਾਥ ਦਿੰਦਾ ਰਿਹਾ, ਤਾਂ ਉਹ ਅਮਰੀਕਾ ਪੱਖੀ ਰਹੂਗਾ। ਮਿਲਟਰੀ ਅਤੇ ਡਿਫੈਂਸ ਦੀਆਂ ਨੀਤੀਆਂ ਦੇ ਵਿੱਚ ਉਹ ਅਮਰੀਕਾ ਅਤੇ ਰੂਸ ਦੇ ਵਿਚਾਲੇ ਇੱਕ ਬੈਲੈਂਸ ਜਿਹਾ ਬਣਾ ਕੇ ਚੱਲਦਾ ਰਹੂਗਾ। ਸਾਡੇ ਜਿਹੜੇ ਮੁਲਕ ਦੇ ਲੋਕ ਨੇ ਉਹ ਕਾਫੀ ਇਸ ਗੰਭੀਰਤਾ ਨਾਲ ਦੇਖ ਰਹੇ ਨੇ ਇਸ ਜੰਗ ਨੂੰ, ਯੂਕਰੇਨ 'ਤੇ ਹਮਲੇ ਨੂੰ। ਇਹਦਾ ਇੰਡੀਆ ਨੂੰ ਜਾਂ ਪੰਜਾਬ ਨੂੰ ਕੋਈ ਨੁਕਸਾਨ ਉਠਾਉਣਾ ਪੈ ਸਕਦਾ? ਕਿਉਂਕਿ ਲੱਗਦਾ ਇਹ ਆ ਇੱਕ ਤੌਖਲਾ ਪੈਦਾ ਹੋ ਗਿਆ ਕਿ ਮਹਿੰਗਾਈ ਵੱਧ ਜਾਏਗੀ, ਕਿਉਂਕਿ ਕੱਚੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵਧ ਰਹੀਆਂ ਨੇ ਲਗਾਤਾਰ। ਜਦੋਂ ਇੰਡੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਵੱਧਦੀਆਂ ਨੇ, ਫਿਰ ਸਾਰੀਆਂ ਚੀਜ਼ਾਂ ਦੀਆਂ ਵਸਤਾਂ ਵੱਧ ਜਾਂਦੀਆਂ ਨੇ। ਆਮ ਲੋਕਾਂ ਦਾ ਜਿਹੜਾ ਹੈਗਾ ਜੀਵਨ ਪੱਧਰ, ਉਹ 'ਤੇ ਕਿੰਨਾ ਅਸਰ ਪਏਗਾ? ਦੇਖੋ ਜੀ, ਜਦੋਂ ਵੀ ਜੰਗ ਕਿਤੇ ਲੱਗਦੀ ਹੈ, ਹਾਲਾਂਕਿ ਜੰਗ ਦਾ, ਯੂਕਰੇਨ ਵਾਲੀ ਜੰਗ ਦਾ ਜਿਹੜਾ ਸਿੱਧਾ ਅਸਰ ਪੈਣਾ ਉਹ ਤਾਂ ਕਣਕ ਦੇ ਭਾਅ 'ਤੇ ਹੀ ਪੈਣਾ, ਮੋਟੇ ਤੌਰ 'ਤੇ, ਜਿਹੜਾ ਵਰਲਡ ਵਾਈਡ ਪੈਣਾ। ਪਰ ਜਦੋਂ ਵੀ ਕਿਤੇ ਜੰਗ ਲੱਗਦੀ ਆ ਤਾਂ ਉਹਦਾ ਕੁਛ ਕਾਰਟਲਸ ਹੁੰਦੇ ਆ, ਕੁਛ ਲੋਕ ਹੁੰਦੇ ਜਿਹੜੇ ਉਹਨੂੰ ਐਕਸਪਲੋਇਟ ਕਰਨ ਲੱਗ ਜਾਂਦੇ। ਜਿਵੇਂ ਸੋਨੇ ਦੇ ਵਪਾਰੀਆਂ ਨੇ ਸੋਨਾ ਮਹਿੰਗਾ ਕਰ ਦੇਣਾ, ਤੇਲ ਵਾਲਿਆਂ ਨੇ ਤੇਲ ਮਹਿੰਗਾ ਕਰ ਦੇਣਾ। ਤਾਂ ਇਹ ਇੰਨਾ ਸਿੱਧਾ ਕੋਰਿਲੇਸ਼ਨ ਨਹੀਂ ਗਾ ਕਿ ਵੀ ਤੇਲ ਮਹਿੰਗਾ ਹੋ ਜਾਊਗਾ, ਕਿਉਂਕਿ ਜਦੋਂ ਤੇਲ ਜਿਹੜੇ ਦੇਸ਼ਾਂ ਦਾ ਤੇਲ ਰੁਕੂਗਾ ਵਿਕਣ ਤੋਂ, ਜਿਵੇਂ ਰੂਸ ਦਾ ਤੇਲ ਰੋਕਿਆ ਜਾਊਗਾ, ਰੂਸ ਤੋਂ ਤੇਲ ਨਹੀਂ ਲਿਆ ਜਾਊਗਾ ਜਾਂ ਰੂਸ ਤੋਂ ਐਨਰਜੀ ਨਹੀਂ ਲਈ ਜਾਊਗੀ, ਤਾਂ ਉਹਨਾਂ ਦਾ ਭਾਰਤ ਨਾਲ ਸੰਬੰਧ ਠੀਕ ਹੈ, ਅਤੇ ਭਾਰਤ ਉਸ ਸਮੇਂ ਉਹ ਐਨਰਜੀ ਉੱਥੋਂ ਵੀ ਲੈ ਸਕਦਾ, ਉਹ ਤੇਲ ਉੱਥੋਂ ਵੀ ਲੈ ਸਕਦਾ ਹੈ। ਉਹ ਇਸ ਤਰੀਕੇ ਦੇ ਸੈਂਕਸ਼ਨਸ ਭਾਰਤ ਦੇ ਉੱਤੇ ਲਾਉਣੇ ਬਹੁਤ ਔਖੇ ਅਮਰੀਕਾ ਤੋਂ। ਡੈਫੀਨੇਟਲੀ ਅਸਰ, ਜੰਗ ਮਾੜੀ ਚੀਜ਼ ਆ, ਜੰਗ ਦਾ ਅਸਰ ਪੈਂਦਾ। ਦੂਸਰੀ ਗੱਲ ਆ ਕਿ ਵੀ ਇਹੀ ਸਮੇਂ ਹੁੰਦੇ ਆ, ਜਦੋਂ ਜੰਗ ਵਰਗੇ ਸਮੇਂ ਹੁੰਦੇ ਆ ਜਾਂ ਜਦੋਂ ਮਹਿੰਗਾਈ ਐਸੀ ਹੁੰਦੀ ਹੈ, ਤਾਂ ਵੀ ਅਸੀਂ ਦੂਜੇ ਫਿਊਲਸ ਵੱਲ, ਦੂਜੇ ਹੋਰ ਤਰ੍ਹਾਂ ਦੀਆਂ ਕਾਢਾਂ ਵੱਲ ਤੁਰ ਸਕਦੇ ਹਾਂ, ਜਿਵੇਂ ਵੀ ਸਾਡੇ ਐਥਨੋਲ ਆ ਜਾਂ ਉਹ ਨਾਲ। ਪਰ ਮੋਟੇ ਤੌਰ 'ਤੇ ਜੇ ਆਪਾਂ ਸਿੱਧਾ ਫੇਸ ਟੂ ਫੇਸ ਵੇਖਿਆ ਜਾਵੇ ਤਾਂ ਹਾਂ, ਤੇਲ ਦੀ ਕੀਮਤ ਵਧਣ ਦੇ ਚਾਂਸ ਹੈਗੇ ਆ। ਪਰ ਜੇ ਭਾਰਤ ਇਹਨੂੰ ਤਰੀਕੇ ਨਾਲ ਨਜਿੱਠੇ ਜਾਂ ਆਪਦੀ ਪੂਰੀ ਤਰੀਕੇ ਨਾਲ ਕਰੇ, ਤਾਂ ਉਹ ਇਸੇ ਭਾਅ 'ਤੇ ਜਾਂ ਇਹਨੂੰ ਸਸਤਾ ਵੀ ਤੇਲ ਲੈ ਸਕਦਾ, ਜੇ ਉਹ ਇੱਕ ਵਾਰੀ ਅਮਰੀਕਾ ਨਾਲ ਇਸ ਗੱਲ 'ਤੇ ਵੀ ਆ ਜਾਏ ਕਿ ਮੈਂ ਰੂਸ ਤੋਂ ਤੇਲ ਲਊਂਗਾ ਇਹਨਾਂ ਹਾਲਾਤਾਂ ਦੇ ਵਿੱਚ ਵੀ।
ਤੇ ਜਿਹੜਾ ਪੁਤਿਨ ਆ ਜੋ ਰਸ਼ੀਆ ਦੇ ਰਾਸ਼ਟਰਪਤੀ ਨੇ, ਉਹ ਕਹਿੰਦੇ ਡੈਮੋਕ੍ਰੇਸੀ ਨੂੰ ਕੰਟਰੋਲ ਕਰਕੇ ਕਾਬਜ਼ ਹੋਏ ਨੇ ਸੱਤਾ ਉੱਤੇ। ਜਦੋਂ ਖੁਦ ਹੀ ਡੈਮੋਕ੍ਰੇਸੀ ਦੀਆਂ ਗੱਲਾਂ ਉਹ ਨਹੀਂ ਮੰਨਦੇ, ਉਹਦਾ ਵੀ ਹੁਣ ਥੋੜ੍ਹਾ ਥੋੜ੍ਹਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਕਿ ਦੇਖੋ ਕਿੰਨੀ ਕੱਟੜਤਾ ਆ ਗਈ ਇੱਕ ਧੱਕੇ ਨਾਲ ਸੱਤਾ ਹਾਸਲ ਕਰਕੇ, ਜਾਂ ਲੌਂਗ ਟਰਮ ਜਿਹੜੀ ਉਹਨਾਂ ਨੇ ਕੁਰਸੀ ਸੰਭਾਲੀ ਹੈ। ਡੈਮੋਕ੍ਰੇਸੀ ਨਾ ਜੀ, ਡੈਮੋਕ੍ਰੇਸੀ, ਐਨਲਾਈਟਨਮੈਂਟ, ਇਹ ਜਿਹੜੇ ਸ਼ਬਦ ਆ ਨਾ, ਇਹ ਬੜੇ ਲੋਡਡ ਸ਼ਬਦ ਹੈਗੇ ਆ, ਹੈ ਨਾ। ਜਦੋਂ ਤਾਂ ਅਮਰੀਕਾ ਇਰਾਕ ਤੇ ਲੀਬੀਆ 'ਤੇ ਹਮਲਾ ਕਰਦਾ ਹੈ ਨਾ, ਉਹਨੂੰ ਤਾਂ ਉਹ ਕਹਿੰਦਾ ਮੈਂ ਡੈਮੋਕ੍ਰੇਸੀ ਦੇ ਹੱਕ 'ਚ, ਲੋਕਾਂ ਦੇ ਜਮਹੂਰੀ ਹੱਕ 'ਚ ਜਾ ਰਿਹਾ। ਜਦੋਂ ਰੂਸ ਸੀਰੀਆ 'ਤੇ ਹਮਲਾਵਰ ਹੁੰਦਾ, ਜਾਂ ਜਾਰਜੀਆ ਅਤੇ ਓਸਟੈਂਟੇਸ਼ੀਆ ਕੁਛ ਅਬਕਾਜ਼ੀਆ ਜਾਂ ਉਹ ਇਲਾਕੇ ਲੈਂਦਾ, ਜਾਂ ਯੂਕਰੇਨ 'ਚ ਵੜਦਾ, ਤਾਂ ਉਹ ਕਹਿੰਦੇ ਹਮਲਾ। ਸੋ ਆਪਾਂ ਕਿਹੜੇ ਪਾਸਿਓਂ ਖੜ੍ਹ ਕੇ ਵੇਖ ਰਹੇ ਹਾਂ, ਆਪਾਂ ਉੱਥੇ ਡੈਮੋਕ੍ਰੇਸੀ ਜਾਂ ਜਮਹੂਰੀਅਤ ਡਿਫਾਈਨ ਕਰਨ ਲੱਗ ਜਾਂਦੇ ਹਾਂ, ਉਸ ਪਰਸਪੈਕਟਿਵ ਨਾਲ ਜਾਂ ਉਸ ਨਜ਼ਰੀਏ ਨਾਲ ਵੇਖਣ ਲੱਗ ਜਾਂਦੇ ਹਾਂ। ਹਰੇਕ ਜਿਹੜਾ ਹੈਗਾ ਉਹ ਆਪਦੇ ਨਜ਼ਰੀਏ ਨਾਲ ਉਹਨੂੰ ਡਿਫਾਈਨ ਕਰਦਾ, ਅਤੇ ਉਹ ਜਿਹੜਾ ਪ੍ਰੈਸ ਹੈਗੀ ਆ ਜਿਹੜੀ, ਉਹ ਉਸ ਤਰੀਕੇ ਨਾਲ ਡਿਫਾਈਨ ਕਰਦੀ ਆ। ਪਰ ਇਹਦੇ ਬਾਰੇ ਨਾ ਹੁਣ ਇਸ ਸਾਲ ਦੇ ਪਿਛਲੇ ਸਾਲ ਦੇ ਵਿੱਚ ਸ਼ੀ ਜਿਨਪਿੰਗ ਨੇ ਬਹੁਤ ਸੋਹਣਾ ਅਮਰੀਕਾ ਨੂੰ ਇੱਕ ਕਿਹਾ ਸੀਗਾ ਕਿ ਵੀ ਜਿਹੜੇ ਗੱਲਾਂ ਨੂੰ ਤੁਸੀਂ ਜਮਹੂਰੀ ਹੱਕ ਕਹਿੰਦੇ ਹੋ, ਉਹ ਸਾਡੇ ਜਮਹੂਰੀ ਹੱਕ ਨਹੀਂ ਗੇ, ਹੈ ਨਾ। ਸਾਡਾ ਇਤਿਹਾਸ ਹੋਰ ਆ, ਸਾਡਾ ਸੱਭਿਆਚਾਰ ਹੋਰ ਆ, ਅਸੀਂ ਕਿਸੇ ਹੋਰ ਤਰੀਕੇ ਨਾਲ ਚੱਲਦੇ ਹਾਂ। ਪਰ ਇਹਦਾ ਇਹ ਮਤਲਬ ਨਹੀਂ ਗਾ ਵੀ ਸਾਡੇ ਜਮਹੂਰੀ ਹੱਕ ਹੈ ਨਹੀਂ ਗੇ, ਸਾਡੀ ਆਵਾਜ਼ ਨਹੀਂ ਸੁਣੀ ਜਾਂਦੀ। ਸਾਡੀ ਵੀ ਆਵਾਜ਼ ਸੁਣੀ ਜਾਂਦੀ ਹੈ, ਸਾਡੇ ਵੀ ਤਰੀਕੇ ਹੈਗੇ ਆ। ਉਹ ਹੋ ਸਕਦਾ ਜਿਹੜੇ ਪੱਛਮ ਦੇ ਤੌਰ ਤਰੀਕੇ ਆ ਉਹਦੇ ਨਾਲ ਮੇਲ ਨਾ ਖਾਂਦੇ ਹੋਣ, ਪਰ ਕੀ ਇਨਸਾਨੀ ਆਵਾਜ਼ ਸੁਣੀ ਜਾਂਦੀ ਹੈ ਸਿਸਟਮ 'ਚ ਕਿ ਨਹੀਂ। ਤਾਂ ਇਹ ਨਹੀਂ ਗਾ ਕਿ ਵੀ ਰੂਸ ਦੇ ਵਿੱਚ ਉਹ ਹੱਕ ਬਿਲਕੁਲ ਇੰਨੀ ਤਾਨਾਸ਼ਾਹੀ ਹੈਗੀ ਹੈ ਜਿਵੇਂ ਪੱਛਮੀ ਪ੍ਰੈਸ ਸ਼ੋਅ ਕਰਦੀ ਆ। ਪਰ ਡੈਫੀਨੇਟਲੀ ਉਹ ਸਿਸਟਮ ਹੈ ਨਹੀਂ, ਜਾਂ ਉਸ ਤਰੀਕੇ ਦਾ ਸੱਭਿਅਤਾ ਹੈ ਨਹੀਂ ਕਿ ਜਿਸ ਤਰੀਕੇ ਦੀ ਇੱਕ ਲਿਬਰਲ ਡੈਮੋਕ੍ਰੇਸੀ ਕੈਨੇਡਾ, ਅਮਰੀਕਾ ਜਾਂ ਫਰਾਂਸ ਦੇ ਵਿੱਚ ਹੈਗੀ ਆ। ਪਰ ਉਹਦੇ ਸਭ ਦੇ ਪਲੱਸ ਮਾਈਨਸ ਹੁੰਦੇ ਆ, ਕਿਤੇ ਨਾ ਕਿਤੇ ਸਿਕਿਉਰਿਟੀ ਦਾ ਵੀ ਇੱਕ ਐਂਗਲ ਹੁੰਦਾ ਹੈ, ਇੱਕ ਸੁਰੱਖਿਆ ਦਾ ਵੀ ਐਂਗਲ ਹੁੰਦਾ ਹੈ, ਇੱਕ ਸਟੇਬਿਲਿਟੀ, ਸਮਾਜ ਦੇ ਵਿੱਚ ਇੱਕ ਸਥਿਰਤਾ ਰਵੇ, ਉਹਦਾ ਵੀ ਐਂਗਲ ਹੁੰਦਾ ਹੈ। ਸੋ ਆਪਾਂ ਪੁਤਿਨ ਨੂੰ ਬਿਲਕੁਲ ਇਸ ਗੱਲ ਦੇ ਉੱਤੇ ਗਲਤ ਕਹਿ ਦੇਣਾ ਵੀ ਉਹ ਤਾਨਾਸ਼ਾਹ ਹੈਗਾ, ਤਾਂ ਸਾਨੂੰ ਉਹਨਾਂ ਦੀ ਸੱਭਿਅਤਾ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਸੱਭਿਆਚਾਰ ਸਾਰਿਆਂ ਨੂੰ ਵੇਖਣਾ ਪਊਗਾ। ਪਰ ਕਈ ਵਾਰੀ ਪੁਤਿਨ ਆਪਣੇ ਟਾਰਗੇਟ ਤੋਂ ਹਿੱਲੇ ਵੀ ਨਜ਼ਰ ਆਉਂਦੇ ਨੇ। ਕੱਲ੍ਹ ਉਹਨਾਂ ਨੇ ਕਿਹਾ ਸੀ, ਆਰਮੀ ਨੂੰ ਮੈਸੇਜ ਦਿੱਤਾ ਕਿ ਤੁਸੀਂ ਸੱਤਾ 'ਤੇ ਕਾਬਜ਼ ਹੋ ਜਾਓ। ਇੱਕ ਪਾਸੇ ਕਹਿੰਦੇ ਨੇ ਕਿ ਮੈਂ ਇੱਥੇ ਸੱਤਾ ਤਬਦੀਲੀ ਕਰਨੇ ਆ, ਯੂਕਰੇਨ 'ਤੇ ਕਬਜ਼ਾ ਨਹੀਂ ਕਰਨਾ। ਮੇਨ ਫੋਕਸ ਕੀ ਆ ਉਹਨਾਂ ਦਾ, ਕੀ ਨਜ਼ਰ ਆਇਆ ਤੁਹਾਨੂੰ ਇਹ ਪਿਛਲੇ 3-4 ਦਿਨਾਂ ਦੀਆਂ ਜੇ ਆਪਾਂ ਘਟਨਾਵਾਂ ਦੇਖੀ? ਪੁਤਿਨ ਦਾ ਜਿਹੜਾ ਪਹਿਲੀ ਗੱਲ ਤਾਂ ਆਪਾਂ ਪੁਤਿਨ ਨੂੰ ਨਾ ਲੌਂਗ ਟਰਮ ਵੇਖਦੇ ਹਾਂ, ਤਾਂ ਪੁਤਿਨ ਇੱਕ ਪੂੰਜੀਪਤੀ ਅਤੇ ਲਿਬਰਲ ਡੈਮੋਕਰੈਟ ਤੋਂ ਹੌਲੀ ਹੌਲੀ ਤਾਨਾਸ਼ਾਹੀ ਵੱਲ ਵਧਿਆ। ਉਹਦੀ ਕਾਰਨ ਹੈਗੇ ਕਿ ਉਹਨੇ ਰੂਸ ਦੀਆਂ ਜ਼ਰੂਰਤਾਂ ਜਾਂ ਰੂਸ ਦੀ ਸੁਰੱਖਿਆ ਜ਼ਰੂਰਤਾਂ ਨੂੰ ਅਹਿਮ ਰੱਖਿਆ। ਕੁਛ ਜਦੋਂ ਤਾਨਾਸ਼ਾਹੀ ਵੱਲ ਐ ਬੈਲੇਵੋਲੈਂਟ ਵੱਧਦੇ ਆ, ਤਾਂ ਆਪਦੀ ਪਬਲਿਕ ਸਪੋਰਟ ਦੇ ਹਿਸਾਬ ਨਾਲ ਵੀ ਵੇਖਦੇ ਕਿ ਮੇਰੇ ਨਾਲ ਕਿੰਨੇ ਕੁ ਲੋਕ ਆ। ਪਰ ਜੇ ਉਹਦਾ ਜੀਓਪੋਲੀਟੀਕਲ ਜਾਂ ਰਣਨੀਤਿਕ ਉਹਦੀ ਜਿਹੜੀ ਸੋਚ ਹੈ ਇਸ ਟਾਈਮ, ਉਹਦਾ ਇਹ ਹੈ ਕਿ ਵੀ ਜਿਹੜੀ ਵੀ ਨਿਜ਼ਾਮ ਉੱਥੇ ਕਾਬਜ਼ ਹੋਵੇ, ਠੀਕ ਹੈ ਜੀ, ਉਹ ਬੰਦੇ ਕਾਬਜ਼ ਹੋਣ ਜਿਹੜੇ ਰੂਸ ਪੱਖੀ ਹੋਣ। ਉਹਨੇ ਮਿਲਟਰੀ ਨੂੰ ਤਾਂ ਆਖਿਆ ਕਿ ਜਿਹੜਾ ਉੱਥੇ ਦਾ ਸਿਕਿਉਰਿਟੀ ਆਪਰੇਟਰ ਸੀਗਾ, ਮੇਨ ਸਿਕਿਉਰਿਟੀ ਆਪਰੇਟਰ ਆ, ਉਹਦੇ ਜਿਹੜੇ ਉੱਤਲੇ ਬੰਦੇ ਆ, ਜਿਹੜੇ ਟੌਪ ਦੇ ਬੰਦੇ ਆ, ਉਹ ਸਾਰੇ ਰੂਸ ਪੱਖੀ ਆ। ਕਿਉਂਕਿ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਬਜ਼ੁਰਗਾਂ ਨੇ ਜਾਂ ਉਹਨਾਂ ਨੇ ਸੋਵੀਅਤ ਰੂਸ ਦੇ ਨਾਲ ਦੀਆਂ ਫੌਜਾਂ 'ਚ ਕੰਮ ਕੀਤਾ, ਜਾਂ ਉਹਨਾਂ ਨੇ ਫੌਜਾਂ 'ਚ ਕੰਮ ਕੀਤਾ, ਅਤੇ ਉਹਨਾਂ ਦੇ ਦੋਸਤਾਂ ਨਾਲ ਉਹਨਾਂ ਦੀ ਰਿਸ਼ਤੇਦਾਰੀਆਂ, ਰਿਲੇਸ਼ਨਸ਼ਿਪਸ ਆ। ਤਾਂ ਉਹਨਾਂ ਨੂੰ ਉਸ ਧੜੇ ਨੂੰ ਉੱਥੇ ਕਾਬਜ਼ ਕਰਨਾ ਚਾਹੁੰਦੇ ਆ ਜਿਹੜਾ ਰੂਸ ਪੱਖੀ ਭੁਗਤੇ। ਇੱਕ ਉੱਥੇ ਨਾ ਬਹੁਤ ਵੱਡੇ ਸਰਮਾਏਦਾਰ ਵੀ ਆ ਕੁਛ ਯੂਕਰੇਨ ਦੇ ਵਿੱਚ। ਉਹ 10-12 ਪਰਿਵਾਰ ਆ ਜਿਹੜੇ ਮਤਲਬ ਬਹੁਤ ਅੱਤ ਦੇ ਅਮੀਰ ਆ, ਮਤਲਬ ਫੋਰਬਸ ਲਿਸਟ 'ਚ ਆਉਂਦੇ, ਜਿਨ੍ਹਾਂ ਕੋਲ ਉੱਥੋਂ ਦਾ ਸਭ ਸਨਅਤ, ਜਾਇਦਾਦ, ਬੈਂਕਿੰਗ, ਸਭ 'ਤੇ ਕੰਟਰੋਲ ਆ ਉਹਨਾਂ ਦਾ। ਉਹ ਵੀ ਜ਼ਿਆਦਾਤਰ ਰੂਸ ਪੱਖੀ ਹੈਗੇ ਆ। ਤਾਂ ਆਮ ਆਦਮੀ ਜਿਹੜਾ ਹੈਗਾ, ਜਿਵੇਂ ਹੁਣ ਤੁਸੀਂ ਪੰਜਾਬ 'ਚ ਵੇਖੋ ਕਿ ਜਿਹੜਾ ਲੋਕਲ ਲੋਕ ਆ, ਉਹ ਤਾਂ ਚਾਹੁੰਦੇ ਵੀ ਪੰਜਾਬ ਮਾਡਲ ਕੋਈ ਸਿਰ ਜੇ, ਪੰਜਾਬ ਕੇਂਦਰਿਤ ਪੋਲੀਟਿਕਸ ਹੋਵੇ, ਪੰਜਾਬ ਦਾ ਆਪਦਾ ਕੁਛ ਗੁਜ਼ਰੇ। ਪਰ ਆਪਾਂ ਵੇਖਦੇ ਹਾਂ ਕਿ ਬਾਹਰਲੀ ਇਨਫਲੂਐਂਸ ਹੁੰਦੀ ਆ, ਇੰਟਰਫੇਰੈਂਸ ਹੁੰਦੀ ਆ, ਅਤੇ ਉਸ ਤਰੀਕੇ ਦੀ ਸਿਆਸਤ ਸਿਰਜੀ ਜਾਂਦੀ ਹੈ ਜਿਹੜੀ ਕੇਂਦਰ ਨੂੰ ਦਿੱਲੀ ਬੈਠੀਆਂ ਪਾਰਟੀਆਂ ਨੂੰ ਜਾਂ ਤਾਕਤਾਂ ਨੂੰ ਸਹਿਤ ਦੇ। ਉਵੇਂ ਯੂਕਰੇਨ ਦੇ ਵਿੱਚ ਕੀ ਉਹ ਦੋ ਪਾੜਾਂ 'ਚ ਫਸਿਆ ਹੋਵੇ। ਆਪਾਂ ਤਾਂ ਇੱਕ ਕੰਪਲੈਕਸ ਆ ਨਾ, ਉੱਥੇ ਕੀ ਆ ਕਿ ਯੂਕਰੇਨ ਪੱਖੀ ਜਾਂ ਯੂਕਰੇਨ ਦੇ ਲੋਕਾਂ ਦਾ ਜਿਹੜਾ ਮਸਲੇ ਹੱਲ ਕਰੇ, ਉਹਦੇ ਪੱਖੀ ਸਿਆਸਤ ਨਹੀਂ ਹੋ ਰਹੀ। ਕੁਛ ਲੋਕ ਅਮਰੀਕਾ ਪੱਖੀ ਸਿਆਸਤ ਕਰ ਰਹੇ ਆ, ਅਤੇ ਕੁਛ ਲੋਕ ਰੂਸ ਪੱਖੀ ਸਿਆਸਤ ਕਰ ਰਹੇ ਆ, ਅਤੇ ਉਹਨਾਂ ਦੀ ਭਿੜੰਤ ਆ ਉੱਥੇ। ਕੀ ਲੱਗਦਾ ਕਿ ਜਿਹੜਾ ਆਪਾਂ ਭਾਰਤ ਵਾਲੇ ਇੱਥੇ ਦੇਖਦੇ ਹਾਂ ਕਿ ਬਸ ਕਬਜ਼ਾ ਹੋ ਗਿਆ, ਮਤਲਬ ਰਾਜਧਾਨੀ ਕਬਜ਼ੇ 'ਚ ਆ ਗਈ, ਇਹ ਲੜਾਈ ਕਿੰਨੀ ਲੰਘ ਸਕਦੀ ਹੈ? ਕੀ ਤੀਜੀ ਜਿਹੜੀ ਸੰਸਾਰ ਜੰਗ ਹੈ, ਉੱਧਰ ਨੂੰ ਵੀ ਮਾਹੌਲ ਜਾ ਸਕਦਾ? ਔਨ ਫੇਸ ਆਫ ਇਟ ਤਾਂ ਹਾਲੇ ਕੋਈ ਤੀਜੀ ਸੰਸਾਰ ਜੰਗ ਵਰਗੀ ਗੱਲ ਨਹੀਂ ਲੱਗਦੀ। ਪਰ ਜੰਗਾਂ ਕਈ ਵਾਰੀ ਇਹ ਜਿਹੇ ਮਾਹੌਲ 'ਚ ਲੱਗ ਵੀ ਜਾਂਦੀਆਂ। ਜਿਹੜੀ ਪਹਿਲੀ ਸੰਸਾਰ ਜੰਗ ਆ, ਉਹ
ਅਚਾਨਕ ਹੀ ਲੱਗੀ ਸੀਗੀ, ਹੈ ਨਾ। ਜਦੋਂ ਫੋਰਸਿਸ ਲੱਗੀਆਂ ਵੀ ਸੀ ਤੇ ਲੋਕੀ ਇਹ ਕਹਿ ਰਹੇ ਸੀ ਵੀ ਹੁਣ ਤਾਂ 1000 ਸਾਲ ਜੰਗ ਹੀ ਨਹੀਂ ਹੋ ਗਈ ਸੀ, ਜੰਗ ਲੱਗ ਗਈ। ਸੋ ਇਹ ਮੈਂ ਕਹਿਦਾ ਕਿ ਵੀ ਜੰਗ ਲੱਗ ਹੀ ਨਹੀਂ ਸਕਦੀ, ਇਹ ਤਾਂ ਬਹੁਤ ਇੱਕ ਤਰ੍ਹਾਂ ਮਤਲਬ ਜਜਮੈਂਟਲ ਜਾਂ ਐਕਸਟ੍ਰੀਮ ਪੋਜੀਸ਼ਨ ਹੋ ਗਈ। ਪਰ ਜੇ ਆਪਾਂ ਸਿਨੈਰੀਓਜ਼ ਵੇਖੀਏ ਜਾਂ ਚਾਂਸਿਸ ਵੇਖੀਏ ਤਾਂ ਕੋਈ ਵੱਡੀ ਤੀਜੀ ਜੰਗ ਲੱਗਣ ਦਾ ਚਾਂਸ ਨਹੀਂਗਾ, ਕਿਉਂਕਿ ਵੱਡੇ ਮੁਲਕ ਜਿਹੜੇ ਆ ਉਹ ਇੱਕ ਦੂਜੇ ਨਾਲ ਨਹੀਂ ਭਿੜ ਰਹੇ, ਉਹ ਪ੍ਰੋਕਸੀ ਲੜ ਰਹੇ ਆ, ਉਹ ਆਪਦੇ ਲੋਕਾਂ ਹੋਰ ਅਗਲਿਆਂ ਦੇ ਥਰੂ ਲੜ ਰਹੇ ਆ। ਅਤੇ ਦੂਸਰਾ ਇਹ ਆ ਕਿ ਬਈ ਇਹ ਜੰਗ ਦਾ ਅੱਗੇ ਰੂਪ ਰੇਖਾ ਕੀ ਹੋਊਗੀ, ਇਹ ਰੂਸ ਨੇ ਆਪਦਾ ਐਕਸ਼ਨ ਕਰਤਾ, ਅਮਰੀਕਾ ਨੇ ਕੀ ਕਰਨਾ ਉਹ ਵੀ ਉਹਨਾਂ ਨੇ ਦੱਸਤਾ ਕਿ ਅਸੀਂ ਇਕਨੋਮਿਕ ਸੈਂਕਸ਼ਨਸ ਲਾਵਾਂਗੇ ਜਾਂ ਕੁਛ ਕਰਾਂਗੇ, ਵੱਧ ਤੋਂ ਵੱਧ ਅਸੀਂ ਹਥਿਆਰ ਦੇ ਦਾਂਗੇ ਇਹਨਾਂ ਨੂੰ, ਜੇ ਉਹ ਦੇਣ ਨੂੰ ਮੰਨਦੇ ਆ ਤਾਂ, ਠੀਕ ਹੈ ਜੀ। ਤਾਂ ਇਹ ਸਿਚੁਏਸ਼ਨ ਆ। ਇਹਦੇ 'ਚ ਹੁਣ ਸਾਰਾ ਕੁਛ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਜਿਹੜੇ ਆਮ ਯੂਕਰੇਨੀਅਨ ਆ ਹੈ ਉਹ ਆਪਦੀ ਮਰਜ਼ੀ, ਆਪਦੇ ਹੱਕਾਂ ਵਾਸਤੇ ਜਾਂ ਆਪਦੀ ਸੋਚ ਵਾਸਤੇ, ਜਿਹੜੀ ਵੀ ਸੋਚ ਉਹਨਾਂ 'ਚ ਡੋਮੀਨੈਂਟ ਹੈ, ਕਿ ਰੂਸ ਪੱਖੀ ਸੋਚ ਆ ਕਿ ਰਲਣ ਦੀ ਸੋਚ ਆ ਕਿ ਦੂਜੀ ਆ, ਜਿੱਥੇ ਵੀ ਉਹਦੇ ਵਾਸਤੇ ਉਹ ਕਿੰਨੀ ਦ੍ਰਿੜਤਾ ਨਾਲ ਲੜ ਸਕਦੇ ਆ। ਅਤੇ ਲੜਾਈ ਉਹਨਾਂ ਨੂੰ ਕੋਈ ਮੁਜ਼ਾਹਰਿਆਂ ਨਾਲ ਨਹੀਂ ਹੋਣੀ, ਹੁਣ ਉਹ ਬੰਦੂਕਾਂ ਨਾਲ ਉਹਨਾਂ ਨੂੰ ਲੜਨਾ ਪੈਣਾ। ਅਤੇ ਉਸ ਖਿੱਤੇ ਦੇ ਵਿੱਚ ਇੰਨੀਆਂ ਲੜਾਈਆਂ ਹੋਈਆਂ, ਸਟਾਲਿਨਗਰਾਡ ਦੇ ਵਿੱਚ ਨੇੜੇ ਹੀ ਹੈ ਰੂਸ ਦੇ ਵਿੱਚ ਸਟਾਲਿਨਗਰਾਡ, ਉੱਥੇ ਬਹੁਤ ਵੱਡੀ ਡਿਫੈਂਸ, ਉੱਥੇ ਬਹੁਤ ਵੱਡੀ ਲੜਾਈ ਲੜੇ ਸੀ ਲੋਕ ਹਿਟਲਰ ਦੀਆਂ ਫੌਜਾਂ ਦੇ ਉਲਟ, ਅਤੇ ਮਸ਼ਹੂਰ ਆ ਕਿ ਹਿਟਲਰ ਉੱਥੇ ਉਸ ਤੋਂ ਪਹਿਲਾਂ ਰਸ਼ੀਆ 'ਚ ਇਨਕਲਾਬ ਵੀ ਆਇਆ ਸੀਗਾ, ਉਦੋਂ ਬਾਅਦ ਉਲਟ ਇਨਕਲਾਬ ਹੋ ਗਿਆ। ਉਹ ਕੁਛ ਇਨਕਲਾਬੀ ਵਿਚਾਰਧਾਰਾ ਦੇ ਜਿਹੜੇ ਉੱਥੇ ਦੇ ਲੋਕ ਨੇ ਉਹ ਵੀ ਕਿਉਂਕਿ ਰਹਿੰਦ ਖੁੰਹਦ ਰਹਿ ਜਾਂਦੀ ਹੈ, ਉਹ ਕੀ ਸੋਚਦੇ ਹੋਣੇ, ਜਾਂ ਤੁਹਾਡਾ ਕੋਈ ਤੁਸੀਂ ਕੁਛ ਉਸ ਬਾਰੇ ਪੜ੍ਹਿਆ ਹੋਣਾ ਕਿ ਜਿਹੜੇ ਵਾਕਈ ਮਾਰਕਸਵਾਦੀ ਉੱਥੋਂ ਦੇ ਹੈਗੇ ਜਾਂ ਲੈਨਨਵਾਦੀ ਹੈਗੇ ਆ, ਉਹ ਹੁਣ ਕੀ ਸੋਚ ਰਹੇ ਹੋਣੇ? ਦੇਖੋ, ਪੁਤਿਨ ਨੇ ਜਿਹੜੀ ਸਪੀਚ ਦਿੱਤੀ ਸੀ 21 ਤਰੀਕ ਨੂੰ, ਉਹਦੇ ਵਿੱਚ ਉਹਨੇ ਇਹ ਸਾਰੀ ਦਿੱਕਤ ਦੀ ਜੜ੍ਹ ਆ ਜਿਹੜੀ ਉਹਨੂੰ ਲੈਨਨ ਨੂੰ ਠਹਿਰਾਇਆ ਸੀ। ਉਹਨੇ ਕਿਹਾ ਵੀ ਲੈਨਨ ਨੇ ਜਿਹੜੇ ਆ ਸੈਲਫ ਡਿਟਰਮੀਨੇਸ਼ਨ ਦਾ ਰਾਈਟ ਦਿੱਤਾ, ਜਿਹੜਾ ਲੈਨਨ ਨੇ ਸੂਬਿਆਂ ਨੂੰ ਹੱਕ ਦਿੱਤੇ, ਠੀਕ ਹੈ ਜੀ, ਉਹ ਉਦੋਂ ਬਾਅਦ ਜਿਵੇਂ ਕਰੁਸ਼ਚੇਵ ਦੀ ਜੋ ਪੋਲਿਸੀ ਸੀ ਜਾਂ ਹੋਰਾਂ ਦੀ ਜੋ ਪੋਲਿਸੀ ਸੀ ਕਾਮਰੇਡਾਂ ਦੀ, ਉਹ ਸਾਡੇ ਅੱਜ ਰਾਜਨੀਤਿਕ ਮਸਲਿਆਂ ਦੀ ਪ੍ਰੋਬਲਮ ਹੈਗੀ ਆ, ਉੱਥੇ ਉਹਨੇ ਜੜ੍ਹ ਦੱਸੀ ਆ। ਜਿਹੜਾ ਵੇਖੋ ਰੂਸ ਦੇ ਵਿੱਚ ਕੋਈ ਇਨਕਲਾਬ ਜਿਹੜਾ ਆਪਾਂ ਪੜ੍ਹਿਆ ਹੈ ਨਾ, ਉਹ ਇਨਕਲਾਬ ਕੋਈ ਧਰਾਤਲ 'ਤੇ ਨਹੀਂ ਆਇਆ ਸੀ। 1956 ਤੋਂ ਬਾਅਦ ਉਹਨਾਂ ਦੀ ਪ੍ਰੋਡਕਸ਼ਨ ਡਿੱਗਣੀ ਬੰਦ ਹੋ ਗਈ ਸੀ। ਉਹ ਇਨਕਲਾਬ ਜ਼ਰੂਰ ਆਇਆ, ਉਹ ਚੱਲ ਵੀ ਰਹੇ ਸੀ ਉਸ ਵੱਲ, ਪਰ ਮੋਟੇ ਤੌਰ 'ਤੇ ਜਿਹੜਾ ਉਹਨਾਂ ਦੀ ਪੋਲਿਸੀ ਸੀ ਉਹ ਸਾਮਰਾਜ ਕਾਇਮ ਕਰਨ ਦੀ ਪੋਲਿਸੀ ਹੀ ਸੀ। ਤਾਂ ਰੂਸ ਉਹ ਜਿਹੜੀ ਆਪਦੀ ਸਾਮਰਾਜ ਕਾਇਮ ਕਰਨ ਦੀ ਪੋਲਿਸੀ ਆ ਉਹ ਹਮੇਸ਼ਾ ਪਰਸੂ ਕਰਦਾ ਆਇਆ, 1000 ਸਾਲ ਤੋਂ ਪਰਸੂ ਕਰਦਾ। ਉਹ ਉਸੇ ਰਾਹ 'ਤੇ ਹੀ ਤੁਰਨਾ ਉਹਨੇ, ਉਹ ਕਦੀ ਘਟ ਜਾਂਦਾ ਹੈ, ਕਦੀ ਵੱਧ ਜਾਂਦਾ ਹੈ। ਅਤੇ ਉਹ ਕੋਈ ਵੀ ਉੱਥੇ ਸਿਸਟਮ ਆ ਜਾਏ, ਉੱਥੇ ਚਾਹੇ ਕੱਲ੍ਹ ਨੂੰ ਪੂੰਜੀਵਾਦ ਆ ਜਾਏ, ਚਾਹੇ ਉਹਦੇ ਸਮਾਜਵਾਦ ਆ ਜਾਏ, ਚਾਹੇ ਕੋਈ ਹੋਰ ਤੀਜਾਵਾਦ ਆ ਜਾਏ, ਉਹਦੀਆਂ ਜਿਹੜੀਆਂ ਭੂ ਰਾਜਨੀਤਿਕ ਲੋੜਾਂ ਹੈ ਉਹ ਹੈ ਹੀ ਇਸ ਤਰੀਕੇ ਕਿ ਉਹਨੇ ਉਹਨੂੰ ਐਕਸਪੈਂਡ ਕਰਨਾ ਹੀ ਕਰਨਾ, ਉਹਨੇ ਉਹ ਸਾਮਰਾਜ ਬਣਾਉਣਾ ਹੀ ਬਣਾਉਣਾ। ਜਿਵੇਂ ਭਾਰਤ ਦੇ ਵਿੱਚ ਚਾਹੇ ਮੁਗਲ ਆਏ, ਚਾਹੇ ਅੰਗਰੇਜ਼ ਆਇਆ, ਚਾਹੇ ਹੁਣ ਵਾਲੀ ਤਾਕਤ ਆਈ, ਤਾਂ ਉਹਨੇ ਕੇਂਦਰਿਤ ਸ਼ਕਤੀ ਉੱਥੇ ਇੱਕ ਤਰ੍ਹਾਂ ਕੇਂਦਰਿਤ ਹੋਈ ਆ, ਠੀਕ ਹੈ। ਤਾਂ ਉਵੇਂ ਹਰੇਕ ਖਿੱਤੇ ਦੀਆਂ ਜਿਹਨੂੰ ਅਸੀਂ ਆਈਡੀਓਲੋਜੀ ਕਹਿੰਦੇ ਉਹਦੇ ਵਾਸਤੇ ਤਾਂ ਆਮ ਲੋਕ ਲੜਦੇ ਆ, ਪਰ ਅਸਲ 'ਚ ਜਿਹੜਾ ਟੌਪ 'ਤੇ ਕੋਈ ਬੈਠਾ ਹੈ ਜਾਂ ਜਿਹੜਾ ਰਨ ਕਰ ਰਿਹਾ ਉਹ ਤਾਂ ਸਿਰਫ ਤਾਕਤ, ਅਤੇ ਉਸ ਤਾਕਤ ਦੇ ਨਾਲ ਕੰਟਰੋਲ ਕਿਵੇਂ ਕਰਨਾ ਉਹ ਉੱਥੋਂ ਤੱਕ ਸੀਮਤ। ਲਾਸਟ ਸਵਾਲ ਜਿਹੜਾ ਬਹੁਤ ਮੈਂ ਚਾਹਾਂਗਾ ਬਰੀਫ ਦੇ ਵਿੱਚ, ਅਮਰੀਕਾ ਲਈ ਕੀ ਚੁਣੌਤੀ ਬਣੀ ਹੋਈ ਹੈ ਇਹਨਾਂ ਦਿਨਾਂ ਦੌਰਾਨ? ਅਮਰੀਕਾ ਲਈ ਜਿਹੜੀ ਸਭ ਤੋਂ ਵੱਡੀ ਚੁਣੌਤੀ ਬਣੀ ਆ ਨਾ ਜੀ, ਉਹ ਹੈਗੀ ਆ ਕਿ ਉਹਦੀ ਕ੍ਰੈਡੀਬਿਲਿਟੀ, ਜਿਹੜੀ ਉਹਦੇ 'ਤੇ ਵਿਸ਼ਵਸਨੀਯਤਾ ਹੈ, ਕਿ ਵੀ ਵਿਸ਼ਵਾਸ ਕਰਨ, ਕਿ ਲੋਕ ਵਿਸ਼ਵਾਸ ਕਰਦੇ ਆ ਉਹਦੇ 'ਤੇ ਕਿ ਨਹੀਂ, ਹੋਰ ਤਾਕਤਾਂ, ਉਹ ਕਿੱਥੋਂ ਤੱਕ ਆ। ਵੇਖੋ, ਆਮ ਜਿਹੜੀ ਪਰਸੈਪਸ਼ਨ ਹੁਣ ਹੋ ਰਹੀ ਆ ਉਹ ਇਹ ਹੋ ਰਹੀ ਆ ਕਿ ਅਮਰੀਕਾ ਉੱਥੋਂ ਦੜ ਵੱਟ ਕੇ ਭੱਜ ਗਿਆ। ਹਾਲਾਂਕਿ ਅਮਰੀਕਾ ਨੇ ਉੱਥੇ ਇਨਵੋਲਵ ਹੋਣਾ ਨਹੀਂ ਸੀ, ਇਹ ਤਾਂ ਆਪਾਂ ਕਮਰੇ ਦੇ ਅੰਦਰ ਐਨਾਲਿਸਿਸ ਕਰ ਸਕਦੇ ਹਾਂ, ਪਰ ਲੋਕਾਂ ਦੇ ਵਿੱਚ ਇਹ ਪਰਸੈਪਸ਼ਨ ਬਣ ਗਈ ਹੈ ਕਿ ਅਮਰੀਕਾ ਫੇਅਰ ਵੈਦਰ ਫਰੈਂਡ ਆ, ਚੰਗੇ ਸਮੇਂ ਦਾ ਸਾਥੀ ਆ। ਜਦੋਂ ਮਾੜਾ ਸਮਾਂ ਆਉਂਦਾ, ਚਾਹੇ ਉਹ ਪਾਕਿਸਤਾਨ 'ਤੇ ਆਇਆ ਤਾਂ ਛੱਡ ਕੇ ਭੱਜ ਗਿਆ, ਕੋਈ ਯੂਕਰੇਨ ਆਇਆ ਤਾਂ ਛੱਡ ਕੇ ਭੱਜ ਗਿਆ, ਅਤੇ ਇਹ ਔਖੇ ਸਮੇਂ ਤੁਹਾਡੇ ਨਾਲ ਖੜ੍ਹਦਾ ਨਹੀਂ। ਇਹਦੇ ਨਾਲ ਬਹੁਤ ਜਿਹੜੇ ਮੁਲਕ ਆ, ਭਾਰਤ ਵੀ ਜਿਨ੍ਹਾਂ 'ਚ ਇੱਕ ਹੈਗਾ, ਤਾਇਵਾਨ ਆ ਜਿਨ੍ਹਾਂ 'ਚ ਦੂਜਾ, ਹੋਰ ਕਈ ਮੁਲਕ ਆ, ਉਹ ਸੋਚੀ ਪੈ ਜਾਣਗੇ ਕਿ ਵੀ ਸਾਡੀ ਨੀਤੀ ਇਕੱਲੀ ਅਮਰੀਕਾ ਦੇ ਨਾਲ ਮਿਲ ਕੇ ਨਹੀਂ ਚੱਲ ਸਕਦੀ, ਸਾਨੂੰ ਕੋਈ ਆਪਦਾ ਇੱਕ ਨਿਰਪੱਖ ਸਟੈਂਡ ਵੀ ਲੈਣਾ ਪੈਣਾ। ਠੀਕ ਹੈ। ਸੋ ਇਹ ਸਨ ਅਜੇਪਾਲ ਸਿੰਘ ਬਰਾੜ, ਜਿਨ੍ਹਾਂ ਨੇ ਯੂਕਰੇਨ ਦੀ ਚੱਲ ਰਹੀ ਜੰਗ ਬਾਰੇ ਕਾਫੀ ਆਪਣੇ ਵਿਚਾਰ ਰੱਖੇ ਅਤੇ ਅਮਰੀਕਾ 'ਤੇ ਵੀ ਵੱਡੇ ਸਵਾਲ ਖੜ੍ਹੇ ਕੀਤੇ ਨੇ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੌਰਾਨ ਇਸ ਜੰਗ ਦਾ ਸਾਡੇ ਉੱਤੇ ਕੀ ਪ੍ਰਭਾਵ ਪਏਗਾ ਅਤੇ ਕੌਮਾਂਤਰੀ ਪੱਧਰ 'ਤੇ ਇਸ ਜੰਗ ਨੂੰ ਕਿਵੇਂ ਵੇਖਿਆ ਜਾਏਗਾ। ਕੈਮਰਾਮੈਨ ਨਰਿੰਦਰ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94 647 84 374 94 648। वर्ल्ड फेमस बाबा सलीम खान 21 बार गोल्ड मेडलिस्ट सारियां थावां तो निराश ਅਤੇ ਮਾਯੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਓਪਨ ਚੈਲੰਜ ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ ਵਸ਼ੀਕਰਨ ਅਤੇ ਮੁੱਠ ਕਰਨੀ ਲਵ ਮੈਰਿਜ ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਦੀ ਗਾਰੰਟੀ ਅਸ਼ਟਾਮ ਪੇਪਰ ਸਮੇਤ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ 'ਚ ਪਰੇਸ਼ਾਨੀ ਘਰ 'ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰਟੀ ਝਗੜਾ ਪਤੀ ਪਤਨੀ ਚ ਅਣਬਣ ਜਾਦੂ ਟੋਨਾ ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ ਰੁੱਸੇ ਨੂੰ ਮਨਾਉਣਾ ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।